ਚੱਕਦੇ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗੁਰਵਿੰਦਰ ਸੰਧੂ ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਬਾਠ ਕਲਾਂ ਦੇ ਵਿੱਚ। ਇਸ ਪਿੰਡ ਦਾ ਇੱਕ ਨੌਜਵਾਨ ਇਰਾਕ ਗਿਆ ਸੀ ਕੰਮ ਦੀ ਤਲਾਸ਼ ਦੇ ਵਿੱਚ। 39 ਭਾਰਤੀਏ ਜਿਹੜੇ ਮਾਰੇ ਗਏ ਸੀ ਇਰਾਕ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ ਇੱਕ 40 ਦੇ ਵਿੱਚੋਂ ਇੱਕ ਜਿਉਂਦਾ ਹਰਜੀਤ ਮਸੀਹ ਵੀ ਵਾਪਸ ਆਇਆ ਸੀਗਾ। ਹਰਜੀਤ ਮਸੀਹ ਨੇ ਇੱਥੇ ਆ ਕੇ ਕਿਹਾ ਸੀਗਾ ਕਿ ਉਹਨਾਂ ਦੇ 39 ਸਾਥੀਆਂ ਦੇ ਨਾਲ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੋਈ ਜਿਸ ਦੇ ਵਿੱਚ ਉਹ ਮਾਰੇ ਗਏ ਨੇ। ਆਈਐਸ ਵੱਲੋਂ ਮਾਰੇ ਗਏ ਇਹਨਾਂ 39 ਭਾਰਤੀਆਂ ਦੇ ਵਿੱਚੋਂ ਜਿਹੜਾ ਇਸ ਪਰਿਵਾਰ ਦਾ ਨੌਜਵਾਨ ਰੂਪਲਾਲ ਇਰਾਕ ਗਿਆ ਸੀਗਾ, ਉਹਨਾਂ ਦੇ ਪਰਿਵਾਰ ਨੂੰ ਇੱਕ ਬਹੁਤ ਹੀ ਵੱਡਾ ਸਦਮਾ ਲੱਗਾ ਹੈ। ਉਸ ਪਰਿਵਾਰ ਦੇ ਨਾਲ ਅਸੀਂ ਪਹੁੰਚੇ ਹਾਂ ਕੁਝ ਗੱਲਬਾਤ ਕਰਨ ਨੂੰ ਤੇ ਤੁਹਾਨੂੰ ਦਿਖਾਉਂਦੇ ਹਾਂ ਕਿ ਉਸ ਪਰਿਵਾਰ ਦੀ ਮਾਲੀ ਹਾਲਾਤ ਹੁਣ ਕੀ ਹੈ। ਭਾਜੀ ਰੂਪਲਾਲ ਨੂੰ ਜਾਣਦੇ ਹੋ? ਹਾਂਜੀ ਜਾਣਦੇ। ਤੁਸੀਂ ਉਹਨਾਂ ਦੇ ਪਿੰਡ ਦੇ ਰਹਿਣ ਵਾਲੇ ਹੋ। ਉਹਨਾਂ ਦੀ ਇਸ ਟਾਈਮ ਜਿਹੜੀ ਹਾਲਾਤ ਹੈ ਉਹਨਾਂ ਦੇ ਘਰ ਦੇ ਕਿਵੇਂ ਦੇ ਨੇ? ਉਹਨਾਂ ਦੇ ਦੇਖੋ ਜੀ, ਉਹਨਾਂ ਦੇ ਮਰਨ ਤੋਂ ਬਾਅਦ ਮਤਲਬ ਜਿਹੜੇ ਉਹਦੇ ਦੋ ਬੱਚੇ ਆ ਸਕੂਲ ਪਹਿਲਾਂ ਉਹਨੇ ਠਾ ਲਏ ਸੀਗੇ ਜਿੱਦਾਂ, ਫਿਰ ਦੁਬਾਰਾ ਮਤਲਬ ਇਹ ਤੋਂ ਮਾਸਟਰਾਂ ਨੇ ਜਾ ਕੇ ਕਹਿ ਕੇ ਤੇ ਦੁਬਾਰਾ ਫੇਰ ਲਵਾਏ ਜਿੱਦਾਂ, ਠੀਕ ਆ। ਤੇ ਕੰਮ ਕਰਨ ਵਾਸਤੇ ਜਿੱਦਾਂ ਕੁਛ ਹੈ ਨਹੀਂ ਉਹਨਾਂ ਕੋਲ, ਠੀਕ ਆ। ਇਕੱਲੀ ਮਤਲਬ ਉਹਦੀ ਜਿਹੜੀ ਇਸਤਰੀ ਹੈ ਇਕੱਲੀ ਕੰਮ ਕਰਨ ਵਾਸਤੇ, ਤੇ ਘਰ ਦੇ ਜਿਹੜੇ ਹਾਲਾਤ ਆ ਉਹ ਇੰਨੇ ਵਧੀਆ ਨਹੀਂ ਹੈਗੇ ਜਿੱਦਾਂ, ਮਤਲਬ ਕੋਈ ਵੀ ਸਹਾਰਾ ਹੈ ਨਹੀਂ ਜਿੱਦਾਂ ਐਸੇ ਕਿ ਉਹਨਾਂ ਦਾ ਪਰਿਵਾਰ ਜਿਹੜਾ ਹੈ ਉਹ ਵੀ ਵਿਖਰਿਆ ਪਿਆ ਹੈ, ਕਿਉਂਕਿ ਘਰ ਦੇ ਵਿੱਚ ਜਿਹੜਾ ਉਹਨਾਂ ਪੁਰਾਣਾ ਘਰ ਆ ਉੱਥੇ ਕੁਝ ਲੋਕ ਰਹਿ ਰਹੇ ਨੇ, ਉਹਨਾਂ ਦੀਆਂ ਭੈਣਾਂ ਵਗੈਰਾ ਆਈਆਂ ਨੇ, ਭਰਾ ਰਹਿ ਰਹੇ ਨੇ, ਤੇ ਬਾਕੀ ਉਹਨਾਂ ਦਾ ਜਿਹੜਾ ਵਾਈਫ ਨੇ ਉਹਨਾਂ ਦੀ ਉਹ ਦੂਜੇ ਘਰ ਲੈ ਕੇ ਰਹਿ ਰਹੇ ਨੇ, ਕਿਰਾਏ ਤੇ ਰਹਿ ਰਹੇ ਨੇ, ਜਾਂ ਫਿਰ ਉਹਨਾਂ ਨੇ ਆਪਦਾ ਘਰ ਖਰੀਦਿਆ। ਦੇਖੋ ਉਹਨੇ ਮੇਰਾ ਖਿਆਲ ਕੁਛ ਜਿੱਦਾਂ ਉਹਨਾਂ ਦੇ ਹੋ ਸਕਦਾ ਕਿਸੇ ਪਰਿਵਾਰ ਦੇ ਜਿੱਦਾਂ ਉਹਨਾਂ ਦਾ ਬ੍ਰਦਰਸ ਵਗੈਰਾ ਨਾ ਉਹਨੇ ਉਹਨਾਂ ਦੀ ਹੈਲਪ ਕੀਤੀ ਆ, ਤੇ ਉਹਨੇ ਮਤਲਬ ਆਪਣਾ ਘਰ ਵੱਖਰਾ ਲੈ ਲਿਆ ਸੀਗਾ, ਠੀਕ ਆ। ਇਸ ਵੇਲੇ ਵੀ ਉੱਥੇ ਰਹਿ ਰਹੇ ਇੱਦਾਂ। ਉਹ ਜਿਹੜਾ ਉਹਨਾਂ ਦਾ ਘਰ ਟੁੱਟਾ ਹੈ ਉਹ ਉਹਨਾਂ ਦਾ ਪੁਰਾਣਾ ਘਰ ਵਾ, ਤੇ ਹਾਂ ਜੱਦੀ ਘਰ ਆ, ਤੇ ਉੱਥੇ ਉਹਨਾਂ ਦਾ ਜਿੱਦਾਂ ਗੁਜ਼ਾਰਾ ਨਹੀਂ ਸੀ ਪੂਰਾ ਹੁੰਦਾ, ਇਸ ਕਰਕੇ ਉਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਫਿਰ ਉਹਨੇ ਆਪਣਾ ਵੱਖਰਾ ਘਰ ਲੈ ਲਿਆ। ਕੁਝ ਮੈਂਟਲੀ ਪ੍ਰੋਬਲਮ ਵੀ ਹੈਗੀ ਉਹਦੀ ਵਾਈਫ ਨੂੰ? ਇਹ ਮੈਂਟਲੀ ਪ੍ਰੋਬਲਮ ਇੱਦਾਂ ਸੀ ਕਿ ਪਹਿਲਾਂ ਤਾਂ ਬਿਲਕੁਲ ਸਹੀ ਸੀ ਉਹ, ਜਿੱਦਾਂ ਜਿਸ ਵੇਲੇ ਇਹ ਪ੍ਰੈਸ਼ਰ ਪਿਆ ਨਾ ਉਹਨਾਂ 'ਤੇ ਮਤਲਬ, ਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਜਦੋਂ ਦੇ ਹਾਲਾਤ ਜਿਹੜੇ ਨਾ ਉਹ ਖਰਾਬ ਹੋ ਗਏ ਜਿੱਦਾਂ ਦਿਮਾਗ 'ਤੇ ਜਿੱਦਾਂ, ਤੇ ਹਾਂ ਟੈਨਸ਼ਨ ਪੈ ਗਈ। ਟੈਨਸ਼ਨ ਪੈਣ ਤੋਂ ਬਾਅਦ ਫਿਰ ਕਾਫੀ ਚਿਰ ਮਤਲਬ ਉਹ ਇੱਧਰ ਰਹੇ ਆ, ਤੇ ਫਿਰ ਕੁਛ ਮਤਲਬ ਉਹਨੂੰ ਜਿੱਦਾਂ ਹੌਸਲਾ ਮਿਲਿਆ, ਸਰਕਾਰ ਵੱਲੋਂ ਥੋੜ੍ਹੀ ਹੈਲਪ ਮਿਲੀ, ਜਿੱਦਾਂ 20,000 ਰੁਪਈਆ ਮਹੀਨਾ ਮੇਰੇ ਖਿਆਲ ਮਿਲਦਾ ਸੀਗਾ, ਉਹਦੇ ਨਾਲ ਜਿੱਦਾਂ ਪਰਿਵਾਰ ਦੀ ਮਤਲਬ ਰੋਟੀ ਰੋਜੀ ਚੱਲਣ ਲੱਗ ਪਈ। ਉਹਨਾਂ ਥੋੜ੍ਹਾ ਜਿਹਾ ਹਾਲਾਤ ਤੋਂ ਠੀਕ ਹੋ ਗਏ ਸੀ। ਖੇਤੀਬਾੜੀ ਹੈ ਉਹਨਾਂ ਦੇ ਕੋਲ? ਨਹੀਂ ਜੀ, ਖੇਤੀਬਾੜੀ ਨਹੀਂ ਉਹਨਾਂ ਕੋਲ। ਭਾਈ ਤੁਸੀਂ ਜਾਣਦੇ ਹੋ? ਹਾਂਜੀ ਬਹੁਤ ਚੰਗੀ ਤਰ੍ਹਾਂ ਜੀ, ਬਹੁਤ ਵਧੀਆ ਜੀ, ਦੋਸਤ ਸੀ ਸਾਡਾ। ਤੇ ਜਿਹੜੀ ਉਹਨਾਂ ਦੀ ਡੈਥ ਹੋਈ ਇਰਾਕ ਦੇ ਵਿੱਚ, ਉਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਸਰਕਾਰ ਨੇ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਧੋਖਾ ਕੀਤਾ? ਧੋਖਾ ਕੀਤਾ ਸਰਕਾਰ ਨੇ ਇੱਦਾਂ ਵੀ ਜਿਹੜੇ ਜਦੋਂ ਉਹਦੀ ਡੈਥ ਹੋ ਗਈ ਸਰਕਾਰ ਨੂੰ ਪਤਾ ਸੀ, ਜਿਹੜਾ ਪਹਿਲਾ ਲੱਖ ਰੁਪਈਆ ਦਿੱਤਾ ਨਾ ਸਰਕਾਰ ਨੇ ਇਸ ਕਾਰਨ ਦਿੱਤਾ ਵੀ ਚੁੱਪ ਰਹਿਣ, ਮੂੰਹ ਬੰਦ ਕਰ ਲਈ ਦੇ ਦਿੱਤਾ। ਇਹਨਾਂ ਨੂੰ ਲੋਕਾਂ ਨੂੰ ਮੈਂ ਉਦੋਂ ਵੀ ਕਿਹਾ, ਆਪਣੇ ਮੁੰਡਿਆਂ ਨੂੰ ਵੀ ਤੇ ਪਿੰਡ ਵੀ ਇਹ ਪੈਸੇ ਤਾਂ ਆਏ ਆ, ਉਹ ਮੁੰਡੇ ਹੈ ਨਹੀਂ ਗੇ, ਇਹ ਸੱਚ ਹੈ। ਇਹ ਸੁਸ਼ਮਾ ਸਵਰਾਜ ਉੱਥੇ ਗਈ, ਫਿਰ ਇਹ ਜਾ ਕੇ ਵਾਪਸ ਆ ਕੇ ਕਿਹਾ ਬਈ ਮੁੰਡੇ ਹੈਗੇ ਆ। ਉਹ ਜਿਹੜਾ ਮੁੰਡਾ ਆਇਆ ਸੀ ਇਹਨੇ ਆਉਂਦਾ ਹੀ ਚੱਕ ਲਿਆ, ਆਪਣੇ ਜਿਹੜਾ ਸੀ ਆਉਂਦਾ ਹੀ ਚੱਕ ਲਿਆ, ਨਹੀਂ ਅੰਦਰ ਕਰ ਦਿੱਤਾ। ਉਹ ਰੌਲਾ ਪਾਇਆ ਬਹੁਤ, ਮੇਰੇ ਸਾਹਮਣੇ ਮਾਰੇ ਗਏ ਕਹਿੰਦਾ। ਫੇਰ ਨਹੀਂ ਉਹਦੀ ਮੰਨੇ, ਜਦੋਂ ਨਹੀਂ ਮੰਨੇ ਉਹਨੂੰ ਇਹਨੇ ਟਾਰਚਰ ਕੀਤਾ, ਹੁਣ ਟਾਰਚਰ ਕੀਤਾ ਬਹੁਤ ਮੁੰਡੇ ਨੂੰ ਬਹੁਤ, ਉਹ ਵੀ ਮੈਂਟਲੀ ਪਾਗਲ ਕਰ ਦਿੱਤਾ ਇਹਨੇ। ਉਹ ਜੋ ਕਹਿੰਦੇ ਸੀ ਉਹ ਹੀ ਕਹੀ ਗਿਆ, ਫਿਰ ਉਹ ਕਹਿੰਦੇ ਜੋ ਅਸੀਂ ਕਹਿੰਦੇ ਉਹ ਕਹਾ ਤੂੰ ਬਈ ਉਹ ਮੁੰਡੇ ਹੈਗੇ ਆ ਮੈਂ ਤੂੰ ਇਹ ਨਹੀਂ ਕਹਿਣਾ ਵੀ ਮੇਰੇ ਸਾਹਮਣੇ ਮਰੇ ਆ। ਤੇ ਜਿਹੜੀ ਉਹਨਾਂ ਦੇ ਪਰਿਵਾਰ ਦੀ ਇਸ ਟਾਈਮ ਹਾਲਾਤ ਨੇ ਕਿਵੇਂ ਦੇ ਨੇ? ਬਹੁਤ ਖਤਰਨਾਕ ਹੈ, ਬਹੁਤ ਹਾਲਾਤ ਮਾੜੇ। ਬੱਚੇ ਰੋਜੀ ਰੋਟੀ ਮਾਂ ਕਿਹੜੀ ਕੰਮ ਕਰਦੀ, ਬੱਚੇ ਛੋਟੇ ਆ, ਇੱਕ 6 ਸਾਲ ਦਾ, ਇੱਕ 8 ਸਾਲ ਦਾ, ਇੱਕ 10 ਸਾਲ ਦਾ, ਉਹ ਕਿਹੜੀ ਕੰਮ ਕਰਦੀ ਹੈ, ਠੀਕ ਹੈ। ਪਿੰਡ ਦੇ ਵਿੱਚ ਜਦੋਂ ਐਵੇਂ ਦੀ ਖਬਰ ਪਹੁੰਚੀ, ਕਿਉਂਕਿ ਅਚਾਨਕ ਮੀਡੀਆ ਦੇ ਵਿੱਚ ਖਬਰ ਆਈ ਤੇ ਉਸ ਤੋਂ ਬਾਅਦ ਪਿੰਡ ਨੂੰ ਪਤਾ ਲੱਗ ਗਿਆ, ਤੇ ਫਿਰ ਪਿੰਡ ਦੇ ਹਾਲਾਤ ਜਿਹੜਾ ਇੱਕ ਪਿੰਡ ਸਦਮੇ 'ਚ ਹੋ ਗਿਆ। ਕਿਸ ਤਰੀਕੇ ਦੇ ਹਾਲਾਤ ਸੀ ਉਦੋਂ ਪਿੰਡ ਦੇ? ਉਦੋਂ ਹਾਲਾਤ ਬਹੁਤ ਮਾੜੇ ਹੋ ਗਏ ਸੀ, ਇੱਕਦਮ ਹੀ ਹੋ ਗਏ ਸੀ ਮਾੜੇ। ਪਿੰਡ ਨੇ ਮਾਤਰ ਸਟੈਪ ਚੱਕਿਆ ਜਾਂ ਕਿਸੇ ਸੁਣੀ ਨਹੀਂ ਕਿਸੇ ਸਰਕਾਰ ਨੇ ਵੀ। ਇਹਨੇ ਕਿਹਾ ਵੀ ਉਹ ਬੰਦੇ ਹੈਗੇ ਆ, ਯਾਨੀ 4 ਸਾਲ ਤੱਕ ਉਹ ਜਿੰਦਾ ਹੀ ਰੱਖਿਆ। ਸਰਕਾਰਾਂ ਜਿਹੜੀਆਂ ਇਸ ਤਰੀਕੇ ਦੇ ਨਾਲ ਇੱਕ ਤਰੀਕੇ ਨਾਲ ਧੋਖੇ ਦੇ ਵਿੱਚ ਰੱਖਿਆ ਪਰਿਵਾਰ ਨੂੰ, ਠੀਕ ਹੈ। ਸਰਕਾਰਾਂ ਜਿਵੇਂ ਆਪਦੇ ਵੋਟ ਬੈਂਕ ਕਹਿ ਲਓ ਜਾਂ ਰਾਜਨੀਤੀ ਦੇ ਵਜ੍ਹਾ ਦੇ ਨਾਲ ਐਵੇਂ ਕਰਦੀਆਂ ਨੇ, ਇਹਦੇ ਬਾਰੇ ਤੁਹਾਡੇ ਕੀ?
ਦੇਖੋ ਜੀ ਵੀ ਇਹ ਜਿੱਦਾਂ ਮਤਲਬ 4 ਸਾਲ ਤੋਂ ਬਾਅਦ ਜਿੱਦਾਂ ਇਸ ਗੱਲ ਦਾ ਪਤਾ ਲੱਗਾ, ਇਹ ਸਾਡੀ ਸਰਕਾਰ ਵਾਸਤੇ ਬੜੀ ਸ਼ਰਮ ਵਾਲੀ ਗੱਲ ਆ, ਠੀਕ ਨਹੀਂ, ਕਿਉਂਕਿ ਮਤਲਬ ਉਹਨੇ ਇੰਨਾ ਵਧੀਆ ਧਿਆਨ ਨਹੀਂ ਦਿੱਤਾ ਹੈਗਾ, ਠੀਕ ਨਹੀਂ। ਇਹ ਗੱਲ ਦਾ ਜਿਸ ਵੇਲੇ ਇਹ ਗੱਲ ਹੋਈ ਆ ਉਸ ਤੋਂ ਮਹੀਨੇ ਕੁ ਬਾਅਦ ਹੀ ਇਹ ਗੱਲ ਦਾ ਪਤਾ ਲੱਗਣਾ ਚਾਹੀਦਾ ਸੀਗਾ, ਕਿਉਂਕਿ ਉਹਦੇ ਨਾਲ ਜਿੰਨੇ ਪਰਿਵਾਰ ਸੀਗੇ ਉਹਨਾਂ ਦੇ ਸਾਰੇ 'ਤੇ ਪ੍ਰੈਸ਼ਰ ਬਹੁਤ ਪਿਆ, ਉਹ ਮਤਲਬ ਉਹਨੇ ਬਹੁਤ ਦੁੱਖ ਦੀ ਘੜੀ ਕੱਢੀ ਆ। ਇਸ ਕਰਕੇ ਮਤਲਬ ਅਸੀਂ ਇਹ ਸਰਕਾਰ ਨੂੰ ਵੀ ਇਹਦਾ ਮਤਲਬ ਜ਼ਿੰਮੇਵਾਰ ਸਮਝਦੇ ਜਿਹਨੇ ਇੰਨਾ ਟਾਈਮ ਲਾਤਾ ਜਿਹੜਾ ਇਹਨੇ। ਹਾਂਜੀ ਦੇਖੋ ਬੰਦਾ ਤਾਂ ਇੱਕ ਦਿਨ ਵੀ ਤਣਾਅ ਵਿੱਚ ਰਹਿਣਾ ਬਹੁਤ ਮੁਸ਼ਕਿਲ ਹੈ। 4 ਸਾਲ ਇਹ ਸਰਕਾਰ ਨੇ ਪਰਿਵਾਰਾਂ ਨੂੰ ਤਣਾਅ ਦੇ ਵਿੱਚ ਰੱਖਿਆ, ਨਾ ਉਹਨਾਂ ਨੂੰ ਪਤਾ ਇਸ ਬੰਦਾ ਹੈਗਾ ਸਾਡਾ ਨਹੀਂ ਹੈਗਾ। ਪੈਸੇ 20,000 ਨੂੰ ਕੀ ਚੱਟਣਾ, ਉਦੋਂ ਹੀ ਕਹਿੰਦੇ ਮੁੰਡੇ ਹੈ ਨਹੀਂ, ਉਹ ਤਣਾਅ ਤੋਂ ਮੁਕਤ ਹੋ ਜਾਂਦੇ। ਉਹ 4 ਸਾਲ ਉਹਨੇ ਖਰਾ ਕਿੱਦਾਂ ਜ਼ਿੰਦਗੀ ਗੁਜ਼ਾਰੀ ਕਿੱਦਾਂ ਨਹੀਂ ਉਹਨਾਂ ਨੂੰ ਪਤਾ। 7 ਭੈਣਾਂ ਦਾ ਭਰਾ ਸੀਗਾ ਰੂਪਲਾਲ ਦੀਆਂ ਭੈਣਾਂ ਸਾਡੇ ਨਾਲ ਨੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਕੀ ਹੋਇਆ ਸੀਗਾ ਤੁਹਾਡੇ ਨਾਲ ਜਦੋਂ ਆਖਰੀ ਵਾਰ ਗੱਲ ਹੋਈ ਸੀਗੀ, ਕੀ ਸੀਗਾ? ਬੇਟਾ ਕੁਛ ਨਹੀਂ, ਸਾਡੇ ਨਾਲ ਉਹਨੇ ਗੱਲ ਕੀਤੀ, ਠੀਕ ਠਾਕ ਸੀਗਾ, ਰਾਜੀ ਖੁਸ਼ੀ ਪੁੱਛਿਆ ਅਸੀਂ, ਠੀਕ ਠਾਕ ਆ। ਮੈਨੂੰ ਕਹਿੰਦਾ ਸਿੰਧੂ ਅਸੀਂ ਮਕਾਨ ਪਾਉਣੇ ਆ ਵੀ ਆਪਣੇ ਤੇ ਗਰੀਬੀ ਬਹੁਤ ਆ। ਮੈਂ ਕਿਹਾ ਗਰੀਬੀ ਬਹੁਤ ਆ, ਤੂੰ ਘਰ ਨੂੰ ਕਦੋਂ ਆਉਣਾ ਆ? ਕਹਿੰਦਾ ਮੈਂ ਸਿੰਧੂ ਮਕਾਨ ਪਾਉਣੇ ਆ, ਹਜੇ ਮੈਨੂੰ ਥੋੜ੍ਹਾ ਜਿਹਾ ਸਮਾਂ ਹੋਰ ਲਾ ਲੈਣਾ। ਮੈਂ ਕਿਹਾ ਤੂੰ ਸਾਨੂੰ ਇੱਕ ਵਾਰੀ ਮਿਲ ਜਾ ਵੀ ਅਸੀਂ 7 ਭੈਣਾਂ ਨੇ ਤੈਨੂੰ ਦੇਖਣ ਨੂੰ ਤਰਸਦੀਆਂ ਆ। ਤਾਂ ਉਹ ਕਹਿੰਦਾ ਸਿੰਧੂ ਮੈਂ ਹਜੇ ਥੋੜ੍ਹਾ ਸਮਾਂ ਰੁਕ ਕੇ ਆਉਣਾ ਆ, ਪਰ ਅੱਜ ਸਾਨੂੰ 7 ਸਾਲ ਹੋ ਗਏ ਬੇਟਾ ਵਿਛੜਿਆ। ਤਾਂ ਅੱਜ ਅਖੀਰ 'ਤੇ ਵੀ ਸਾਨੂੰ ਕੋਈ ਸਰਕਾਰ ਨੇ ਕੋਈ ਫੈਸਲਾ ਨਹੀਂ ਦਿੱਤਾ। ਚਲੋ ਬੱਚਿਆਂ ਨੂੰ ਉਹਨਾਂ ਨੇ ਦੇ ਦਿੱਤਾ, ਜੋ ਵੀ ਦਿੰਦੇ ਸੀ, ਸਾਨੂੰ ਕੋਈ ਇਹਦੇ ਨਾਲ ਗਿਲਾ ਨਹੀਂ ਹੈਗਾ। ਪਰ ਅੱਜ ਜਿਹੜੀਆਂ ਭੈਣਾਂ ਆ, ਉਹ ਭੈਣਾਂ ਬਾਰੇ ਗੌਰਮੈਂਟ ਕੁਛ ਨਹੀਂ ਕਰ ਸਕਦੀ, ਜਿਹੜੀਆਂ ਅਸੀਂ ਇੰਨੀ ਗਰੀਬੀ ਵਿੱਚ ਬੈਠੀਆਂ ਆ। ਜਿਹੜਾ ਚਾਹ ਪਾਣੀ ਦੇਣ ਨੂੰ ਵੀ ਸਾਡੇ ਕੋਲ ਪੈਸਾ ਹੈ ਨਹੀਂ। ਕੀ ਗੱਲ, ਅਸੀਂ ਸਾਡਾ ਭਰਾ ਨਹੀਂ ਸੀ ਉਹ? ਜਦੋਂ ਬਲੱਡ ਨਹੀਂ ਬੱਚਿਆਂ ਦੇ ਰਲੇ ਤਾਂ ਕੌਣ ਖੜੀਆਂ ਹੋਈਆਂ? ਭੈਣਾਂ ਹੀ ਖੜੀਆਂ ਹੋਈਆਂ। ਅੱਜ ਭੈਣਾਂ ਅੱਜ ਪਾਣੀ ਦੇ ਘੁੱਟ ਨੂੰ ਵੀ ਤਰਸਦੀਆਂ ਇਸ ਘਰ 'ਚ ਬੈਠੀਆਂ। ਭਾਵੇਂ ਗੌਰਮੈਂਟ ਜਿਹੜੀ ਵੀ ਆ ਕੇ ਦੇਖ ਲਵੇ, ਅਸੀਂ ਸੱਚ ਬੋਲਣਾ ਹੈ। ਪਰਿਵਾਰ ਦੇ ਵਿੱਚ ਕੌਣ ਕੌਣ ਹੈ ਹੁਣ? ਪਰਿਵਾਰ ਵਿੱਚ ਅਸੀਂ 7 ਭੈਣਾਂ, ਇੱਕ ਭਰਾ, ਇੱਕ ਵਹੁਟੀ। ਤੇ ਜਿਹੜੀ ਉਹਨਾਂ ਦੀ ਵਾਈਫ ਸੀ ਉਹ ਘਰ ਦੇ ਵਿੱਚ ਆਉਂਦੀ ਜਾਂ ਨਹੀਂ ਆਉਂਦੀ ਇਸ ਟਾਈਮ? ਬੇਟਾ ਨਹੀਂ ਸੀ ਆਉਂਦੀ। ਪਹਿਲਾਂ ਜਿੱਥੋਂ ਸਾਡਾ ਮੁੰਡਾ ਚਲੇ ਗਿਆ, ਕਿਉਂ ਉਹਨੂੰ ਪੈਸੇ ਪੂਸੇ ਮਿਲਣ ਲੱਗ ਪਏ, ਉਹਨੇ ਸਾਡੇ ਨਾਲ ਨਾਤਾ ਤੋੜ ਦਿੱਤਾ। ਐਸੀ ਕਮਰੇ 'ਚ ਰਹਿੰਦੀ ਸੀ ਸਾਡੇ ਕੋਲ, ਸਾਨੂੰ ਦੇਖ ਕੇ ਦਰਵਾਜ਼ੇ ਢੋ ਲੈਂਦੀ ਸੀ। ਅਸੀਂ ਫੇਰ ਸੋਚਣਾ ਚਲੋ ਠੀਕ ਹੈ ਸਾਡਾ ਭਰਾ ਆਊਗਾ ਸਾਡੇ ਨਾਲ, ਅਸੀਂ ਉਹਨੂੰ ਦੱਸਾਂ ਸੁਣਾਂਗੇ ਵੀ ਚਲੋ ਇਹੋ ਜਿਹੇ ਨਿਆਣੀ ਸਿਆਣੀ ਹੈਗੀ ਆ। ਅਸੀਂ ਵੱਡੀਆਂ ਸੀਗੀਆਂ, 7 ਤੋਂ ਛੋਟੇ ਸੀਗੇ ਬੱਚੇ, ਤਾਂ ਅਸੀਂ ਉਹਨੂੰ ਨਹੀਂ ਕੁਛ ਵੀ ਕਿਹਾ, ਨਾ ਕਹਿਣਾ ਹੀ ਹਜੇ ਤੱਕ ਵੀ ਨਹੀਂ ਅਸੀਂ ਕਹਿੰਦੇ ਵੀ ਇਹ ਚਲੋ ਠੀਕ ਹੈ ਜੋ ਵੀ ਹੈਗਾ ਮਾਲਕ ਦਾ ਦੇਣ, ਸਾਡੇ ਕਰਮਾਂ 'ਚ ਇਹੀ ਕੁਛ ਹੋਊਗਾ। ਤਾਂ ਪਰ ਨਹੀਂ, ਉਹਨੇ ਨਹੀਂ ਸਾਨੂੰ ਨਾਤਾ ਸਾਡੇ ਨਾਲ, ਕਹਿੰਦੀ ਤੁਹਾਡੇ ਨਾਲ ਉਹ ਰਿਸ਼ਤਾ ਮੈਂ ਨਹੀਂ ਰੱਖਣਾ ਚਾਹੁੰਦੀ। ਹੁਣ 7 ਭੈਣਾਂ, ਇਹ ਸੋਚੋ ਵੀ 7 ਭੈਣਾਂ ਇਸ ਘਰ ਕਿੱਥੇ ਆਊਗੀਆਂ? ਗੌਰਮੈਂਟ ਇਹ ਨਹੀਂ ਸੋਚ ਰਹੀ ਵੀ ਇਹ ਵੀ ਕਿਸੇ ਗਰੀਬ ਘਰ ਦਾ ਬੱਚਾ ਸੀ, ਗਰੀਬ ਘਰ ਦੀਆਂ ਕੁੜੀਆਂ ਆ, ਕਿੱਥੇ ਨੂੰ ਜਾਊਗੀਆਂ? ਅੱਜ ਤਾਂ ਤੁਸੀਂ ਗੌਰਮੈਂਟ ਲੱਖਾਂ ਰੁਪਈਏ ਉਹਨੂੰ ਦੇ ਰਹੀ ਆ, ਦੇਣ, ਅਸੀਂ ਇਹ ਨਹੀਂ ਕਹਿੰਦੇ, ਇਹਦੇ ਨਾਲ ਸਾਡਾ ਕੋਈ ਗਿਲਾ ਨਹੀਂ ਹੈਗਾ। ਪਰ ਜਿਹੜਾ ਅਸੀਂ ਰੋਲਦੀਆਂ ਫਿਰਦੀਆਂ ਰਾਹਾਂ ਦੇ ਵਿੱਚ, ਅਸੀਂ ਆਪਣੇ ਬੱਚੇ ਜਵਾਨਾਂ ਨੂੰ ਛੱਡ ਕੇ ਇੱਥੇ ਬੈਠੀਆਂ, ਇਹਦਾ ਕੋਈ ਇਲਾਜ ਹੈ ਨਹੀਂ, ਇਹਦੀ ਕੋਈ ਸਹਿਮਤ ਹੈ ਨਹੀਂ। ਕਿਉਂ ਹੈ ਨਹੀਂ? ਗੌਰਮੈਂਟ ਸੱਚ ਨਹੀਂ ਦੇ ਰਹੀ। ਜੇ ਸੱਚ ਨਹੀਂ ਦੇ ਰਹੀ ਤਾਂ ਘਰ ਔਰ ਕੀ ਫਾਇਦਾ? ਇੱਥੇ ਕੋਈ ਫਾਇਦਾ ਨਹੀਂ ਬੇਟਾ। ਜਦੋਂ ਰੂਪਲਾਲ ਸੀਗਾ ਉਸ ਟਾਈਮ ਤੇ ਵੀ ਤੁਹਾਡੇ ਨਾਲ ਇਵੇਂ ਦਾ ਵਰਤਾਵਾ ਹੁੰਦਾ ਸੀ ਘਰ ਦੇ ਵਿੱਚ? ਹਾਂ, ਇਹ ਥੋੜਾ ਸੀ, ਜਿਹੜੀ ਉਹ ਸੀ ਇਦਾਂ ਸੀ, ਉਹਦਾ ਡਰ ਸੀਗਾ ਉਹਨੂੰ। ਫੇਰ ਵੀ ਉਹ ਸਾਨੂੰ ਇਦਾਂ ਹੱਸਦਿਆਂ ਖੇਲਦਿਆਂ ਦੇਖਦੀ ਸੀ, ਜਾਣੀ ਬਰਦਾਸ਼ਤ ਨਹੀਂ ਸੀ ਕਰਦੀ। ਉਹਨੂੰ ਦਬਕਾ ਮਾਰ ਕੇ ਬਹਾਲ ਦੇਣਾ, ਕਹਿਣਾ ਕਮਲ ਮੇਰੀਆਂ ਭੈਣਾਂ ਆ ਤਾਂ ਵੀ ਤੂੰ ਨਹੀਂ ਮੱਥੇ ਵੱਟ ਪਾਉਣਾ। ਚਲੋ ਠੀਕ ਹੈ, ਸਾਡੇ ਨਾਲ ਜਿੰਨਾ ਚਿਰ ਉਹਦਾ ਸੰਬੰਧ ਸੀਗਾ ਸਾਡੇ ਨਾਲ ਹੱਸਦਾ ਖੇਲਦਾ ਰਿਹਾ। ਫਿਰ ਅਸੀਂ 7 ਭੈਣਾਂ ਨੇ ਉਹਨੂੰ ਬਾਹਰ ਤੋਰਿਆ। ਇਹਨਾਂ ਦੀ ਕੋਈ ਹੈਲਪ ਨਹੀਂ, ਇਹਦੇ ਮਾਪਿਆਂ ਦੀ ਕੋਈ ਕਿਸੇ ਦੀ ਹੈਲਪ ਨਹੀਂ ਹੈ। ਅਸੀਂ 7 ਨੇ ਪਤਾ ਨਹੀਂ ਕੀ ਆਪਣਾ ਘਰਾਂ ਦੇ ਵੇਚ ਕੇ ਗਰੀਬੀ ਤੋੜੀ ਇਹਦੀ। ਹੁਣ ਇਸ ਟਾਈਮ ਤੇ ਉਹ ਘਰ ਜਦੋਂ ਆਉਂਦੀ ਹੈ ਤੇ ਜਿਹੜਾ ਦੁੱਖ ਦੀ ਘੜੀ ਹੈ, ਇਸ ਦੁੱਖ ਦੀ ਘੜੀ ਦੇ ਵਿੱਚ ਕੀ ਉਹ ਘਰੇ ਆਉਂਦੀ ਹੈ? ਨਹੀਂ ਆਉਂਦੀ ਆ। ਜਦੋਂ ਆਉਂਦੀ ਉਸ ਟਾਈਮ ਤੇ ਜਦੋਂ ਅਸੀਂ ਉਹਨੂੰ ਸੁਨੇਹਾ ਕਰੀਦਾ ਵੀ ਕੋਈ ਅਫਸਰ ਚੈੱਕ ਦੇਣ ਲਈ ਤੈਨੂੰ ਆਇਆ ਆ, ਚੈੱਕ ਦੇ ਕੇ ਲੈ ਕੇ ਉਦੋਂ ਹੀ ਵਾਪਸ ਚਲੇ ਜਾਂਦੀ ਆ। ਇਹ ਦੇਖੋ ਕਿੰਨੀ ਦੁੱਖ ਵਾਲੀ ਗੱਲ ਆ। ਇੱਥੇ ਕੌਣ ਬੈਠੇ, ਕੌਣ ਇਸ ਘਰ ਨੂੰ ਸੰਭੂਗਾ? ਜੇ ਤੁਸੀਂ ਨਹੀਂ, ਗੌਰਮੈਂਟ ਨਹੀਂ ਸਾਡੇ ਸਹਾਇਤਾ ਕਰ ਸਕਦੀ, ਸਾਡੇ ਲਈ ਗੌਰਮੈਂਟ ਵੀ ਹੈ ਨਹੀਂ ਗੀ। ਹੁਣ ਅਗਰ ਜੇ ਗੱਲ ਕੀਤੀ ਜਾਵੇ ਰੂਪਲਾਲ ਹੋਣਾ ਦੇ ਪਰਿਵਾਰ ਦੀ, ਤੇ ਉਹਨਾਂ ਦੀ ਵਾਈਫ ਇੱਥੇ ਨਹੀਂ ਗੀ ਰਹਿੰਦੀ ਹੈਗੀ, ਅਗਰ ਸਰਕਾਰ ਉਹਨੂੰ ਕੋਈ ਵੀ ਮਦਦ ਕਰਦੀ ਜਾਂ ਫਿਰ ਹੋਰ ਵੀ ਕੋਈ ਅਗਰ ਏਜੰਸੀ ਉਹਨਾਂ ਨੂੰ ਮਦਦ ਕਰਦੀ ਹੈਗੀ ਆ, ਤੇ ਫਿਰ ਉਹ ਮਦਦ ਕਿਸ ਤਰੀਕੇ ਨਾਲ ਮਿਲ ਸਕਦੀ? ਉਹ ਤਾਂ ਤੁਸੀਂ ਦਿਓ ਜਿਸ ਤਰੀਕੇ ਨਾਲ ਦਿੰਦੇ ਗੌਰਮੈਂਟ ਦੇ ਰਹੀ ਆ, ਪਰ ਉਹਨੂੰ ਵੀ ਦੇ ਰਹੀ ਆ ਜੋ ਸਾਨੂੰ ਸਾਡਾ ਸੱਚ ਸਾਨੂੰ ਤਾਂ ਦਿਓ। ਮਿੱਟੀ ਆ ਉਹ ਤਾਂ,
ਅਸੀਂ ਵੀ ਤਾਂ ਭੈਣਾਂ ਕਿਸੇ ਇਸ ਨਗਰ ਵਿੱਚ ਆਉਣ ਜੋਗੀਆਂ ਰਹਿ ਜਾਵਾਂਗੇ, ਸਾਨੂੰ ਤਾਂ ਉਹਨੇ ਮਿਲਣਾ ਨਹੀਂ। ਗਵਰਨਮੈਂਟ ਨੂੰ ਕੀ ਪ੍ਰੂਫ ਹੈ ਵੀ ਸਾਰਾ ਪੈਸਾ ਲੈ ਕੇ ਉਹ ਇੱਥੇ ਰਹੂਗੀ? ਕੋਈ ਪ੍ਰੂਫ ਹੈ? ਮੈਂ ਕਿਹਾ ਜਿਹੜੀ ਹੈਲਪ ਉਹਦੀ ਘਰ ਵਾਈਫ ਨੂੰ ਹੁੰਦੀ ਆ, ਉਹ ਨਾਲ ਭੈਣਾਂ ਨੂੰ ਵੀ ਹੋਣੀ ਚਾਹੀਦੀ ਆ। ਹਾਂਜੀ। ਤੇ ਇਸ ਦੁੱਖ ਦੀ ਘੜੀ ਦੇ ਵਿੱਚ ਪੂਰੇ ਪਰਿਵਾਰ ਨੂੰ ਇਕੱਠਾ ਰਹਿਣਾ ਚਾਹੀਦਾ, ਉਹ ਕਿਉਂ ਆਖਰ ਤੁਹਾਡੇ ਨਾਲ ਨਹੀਂ ਰਹਿੰਦੀ? ਇਹ ਨਹੀਂ ਪਤਾ ਕਾਹਤੋਂ ਰਹਿੰਦੀ ਆ। ਹਾਂ, ਉਹਨੂੰ ਪੈਸੇ ਮਿਲਦੇ, ਪੈਸੇ ਦੇ ਘਮੰਡ 'ਚ ਆ। ਸਾਡੀ ਹੈਲਪ ਹੋਣੀ ਚਾਹੀਦੀ ਹੈ। ਸਾਡੇ ਜਿਹੜੇ ਪਿੱਛੇ ਢਿੱਠੇ ਮਕਾਨ ਆ, ਸਾਡੇ ਉਹ ਬਣਨੇ ਚਾਹੀਦੇ ਆ। ਸਾਡੀ ਸਰਕਾਰ ਨੂੰ ਬੇਨਤੀ ਬਾਰ-ਬਾਰ ਇਹ ਅਰਜ਼ੋਈ ਆ, ਅਸੀਂ ਮਿਹਨਤ ਕਰਦੇ, ਚਾਹੇ ਸਮਝ ਲਓ ਉੱਦਾਂ, ਚਾਹੇ ਅਸੀਂ ਭੀਖ ਮੰਗਦੇ ਆ। ਸਾਡੇ ਘਰ ਦੇ ਮਕਾਨ ਡਿੱਗੇ ਹੋ ਆ, ਸਾਡੇ ਉਹ ਬਣਨੇ ਚਾਹੀਦੇ ਆ। ਤੇ ਹੁਣ ਉਹਨਾਂ ਦੀ ਜਿਹੜੀ ਵਾਈਫ ਹੈ ਉਹ ਤੁਹਾਡੇ ਨਾਲ ਨਹੀਂ ਰਹਿੰਦੀ ਹੈਗੀ, ਉੱਧਰ ਰਹਿੰਦੀ, ਤੇ ਕੀ ਉਹ ਉੱਥੇ ਘਰ ਲੈ ਕੇ ਰਹਿੰਦੀ ਜਾਂ ਕਿਰਾਏ ਤੇ ਰਹਿੰਦੀ? ਹਾਂਜੀ, ਉਹ ਆਪਣਾ ਘਰ ਲੈ ਕੇ ਰਹਿੰਦੀ ਆ। ਉਹਨਾਂ ਨੇ ਖਰੀਦਿਆ? ਘਰ ਉਹਨੇ 5 ਲੱਖ ਦਾ ਖਰੀਦਿਆ ਆ, ਸਾਡੀ ਭਰਾ ਦੇ ਕਮਾਈ ਨਾਲ ਖਰੀਦਿਆ ਆ। ਕਿ ਅਸੀਂ ਉਧਰ ਦੇਖਿਆ ਨਹੀਂ ਹਜੇ ਤੱਕ ਉਹ ਕਿੱਦਾਂ ਦਾ ਆ, ਨਾ ਸਾਨੂੰ ਚੱਲਦੀ ਆ, ਨਾ ਅਸੀਂ ਜਾਂਦੀਆਂ ਆ। ਹਾਂਜੀ। ਓਕੇ। ਤੇ ਜਦੋਂ ਤੁਹਾਡੀ ਕਦੋਂ ਆਖਰੀ ਵਾਲੀ ਗੱਲ ਹੋਈ ਸੀ ਕਿ ਉਹਨਾਂ ਦੇ ਨਾਲ ਰੂਪਲਾਲ ਹੋਣਾ ਦੇ ਨਾਲ? ਮੇਰੀ ਗੱਲ ਉਦੋਂ ਹੋਈ ਸੀ, ਮੈਂ ਇੱਕ ਸਾਲ ਪ੍ਰਭਾਤ ਫੇਰੀ ਵਾਲਿਆਂ ਨੂੰ ਚਾਹ ਫੜਾਈ ਸੀਗੀ, ਤਾਂ ਇਹਨਾਂ ਦੇ ਫੋਨ ਤੇ ਫੋਨ ਆਇਆ ਸੀ, ਮੇਰੀ ਉਦੋਂ ਗੱਲ ਹੋਈ ਸੀਗੀ। ਤਾਂ ਮੈਂ ਰੋ ਕੇ ਕਹਿੰਦੀ ਸੀ, ਰੂਪੇ ਤੂੰ ਵੀ ਸਾਡੇ ਵਿੱਚ ਆ ਕੇ ਬਹਿ ਜਾ। ਕਹਿੰਦਾ ਸੀ, ਉਸ਼ਾ ਇੱਦਾਂ ਦਿਲ ਨਾ ਥੋੜਾ ਕਰ, ਮੈਂ ਤੁਹਾਡੇ ਵਿੱਚ ਛੇਤੀ ਆ ਜਾਣਾ ਆ, ਤੂੰ ਇੱਦਾਂ ਦਾ ਰੋ ਕੇ ਨਾ ਮੈਨੂੰ ਕੋਈ ਵੀ ਗੱਲ ਦੱਸ, ਕੀ ਗੱਲ ਤੈਨੂੰ ਕੋਈ ਕੁਛ ਕਹਿੰਦਾ ਆ? ਮੈਂ ਕਿਹਾ ਰੂਪੇ ਸਾਨੂੰ ਕਈਆਂ ਨੂੰ ਨਹੀਂ ਕੋ ਚੱਲਦਾ, ਅਸੀਂ ਕਿੱਥੇ ਜਾਈਏ? ਕਹਿੰਦਾ ਕਮਲ ਕੀ ਕਹਿੰਦੀ ਆ? ਮੈਂ ਕਿਹਾ ਰੂਪੇ ਤੇਰੇ ਨਾਲ ਹੀ ਬਾਹਰ ਆ ਸੀ, ਸਾਨੂੰ ਕਮਲ ਦੇਖ ਕੇ ਬੂਹਾ ਢੋ ਲੈਂਦੀ, ਸਾਨੂੰ ਪੁੱਛਦੀ ਨਹੀਂ ਵੀ ਤੁਸੀਂ ਆ ਗਈਆਂ ਜਾਂ ਚੱਲੀਆਂ ਆ। ਨਾ ਸਾਡੇ ਬੱਚਿਆਂ ਨੂੰ ਨਾ ਰਲ ਦਿੰਦੀ, ਸਾਡੇ ਪਰੇ ਕਰ ਲੈਂਦੀ ਸਾਡੇ ਤੋਂ। ਕਹਿੰਦਾ ਕੋਈ ਨਹੀਂ ਉਸ਼ਾ, ਮੈਂ ਆ ਕੇ ਤੁਹਾਡੇ ਨਾਲ ਸਾਰੀਆਂ ਗੱਲਾਂ ਕਰੂੰਗਾ। ਮੈਂ ਕਿਹਾ ਅਸੀਂ ਭਰਾਵਾ ਤੇਰੇ ਤੇ ਬੈਠੀਆਂ ਆ, ਸਾਡੇ ਢਿੱਡ 'ਚ ਤਾਂ ਜੋ ਹੈਗਾ ਹੀ ਆ। ਕਹਿੰਦਾ ਕੋਈ ਨਹੀਂ ਉਸ਼ਾ, ਹੁਣ ਚੁੱਪ ਕਰ ਜਾ, ਮੈਂ ਕਮਲ ਨੂੰ ਪੁੱਛਦਾ ਕੀ ਗੱਲ ਹੈ, ਇੱਦਾਂ ਕਾਹਤੇ ਕਰਦੀਆਂ? ਮੈਂ ਕਿਹਾ ਨਹੀਂ ਰੂਪੇ, ਉਹਨੇ ਕਹਿਣਾ ਮੇਰੇ ਖਿਲਾਫ ਜ਼ਹਿਰ ਭਰ ਦਿੱਤਾ ਭੈਣਾਂ ਨੇ, ਹੁਣ ਨਹੀਂ ਆਪਾਂ ਕੋਈ ਗੱਲ ਕਰਨੀ, ਤੂੰ ਆ ਜਾ, ਅਸੀਂ ਫੇਰ ਤੇਰੇ ਨਾਲ ਗੱਲਾਂ ਕਰਾਂਗੇ ਬਹਿ ਕੇ। ਬਸ ਮੇਰੀ ਮੁੜ ਕੇ ਗੱਲ ਨਹੀਂ ਹੋਈ। ਮੁੜ ਕੇ ਮੈਨੂੰ ਆਹ ਹੀ ਪਤਾ ਲੱਗਾ ਵੀ ਸਾਡੇ ਭਰਾਵਾਂ ਨੂੰ ਕਿਸੇ ਨੇ ਪੜ ਲਿਆ, ਸਾਨੂੰ ਇੰਨਾ ਨਹੀਂ ਸੀ ਪਤਾ। ਮੇਰੀ ਮੁੜ ਕੇ ਨਹੀਂ ਹੋਰ ਪਾਪ ਕਰਨੇ ਆਉਣ ਨਹੀਂ ਜਿਹੜੇ। ਹੁਣ ਸਾਡੀ ਗੌਰਮੈਂਟ ਨੂੰ ਇਹ ਅਰਜ਼ੋਈ ਆ ਵੀ ਅਸੀਂ ਜਿੱਥੇ ਸਦਾ ਹੀ ਆਉਣਾ ਜਾਣਾ ਆ, ਕੋਠੇ ਡਿੱਗੇ ਆ, ਕਿਸੇ ਵੇਲੇ ਅਸੀਂ ਆ ਕੇ ਥੱਲੇ ਆ ਜਾਈਏ, ਅਸੀਂ ਬਗਾਨਿਆਂ ਕੋਲ ਆਰਾਮੇ ਲੈਣ ਜੋਗੀਆਂ ਰਹਿ ਜਾਣਾ ਆ। ਵੀ ਸਾਡੇ ਹੁਣ ਭਰਾ ਵੱਡੇ ਬਾਰੇ ਵੀ, ਮਕਾਨਾਂ ਬਾਰੇ ਸੋਚਣ ਉਹ ਗੌਰਮੈਂਟ, ਵੀ ਅਸੀਂ ਕੀ ਕਰਾਂਗੇ। ਤੁਸੀਂ ਕਦੀ ਉਹਨਾਂ ਦੀ ਕੋਸ਼ਿਸ਼ ਕੀਤੀ ਕਿ ਇੱਥੇ ਆਣ ਕੇ ਤੁਸੀਂ ਇਸ ਮਕਾਨ ਦੇ ਵਿੱਚ ਰਹੋ, ਤੁਸੀਂ ਕਿਉਂ ਐਡੀ ਦੂਰ ਰਹਿੰਦੇ ਜੋ ਸਾਡੇ ਤੋਂ? ਕੀਤੀ ਬਹੁਤ ਕੀਤੀ ਅਰਜ਼ੋਈ, ਨਹੀਂ ਸਾਡੀ ਸੁਣੀ ਨਹੀਂ ਗੱਲ। ਉਹਨਾਂ ਦੇ ਬੱਚੇ ਹੈਗੇ ਨੇ? ਬੱਚੇ ਹੈਗੇ ਆ, 2 ਬੱਚੇ ਸਾਡੇ ਚ ਰਹਿਣ ਨਹੀਂ ਦਿੰਦੇ। ਜਦੋਂ ਦੇ ਅਸੀਂ ਉਹ ਰੂਪਾ ਸਾਡਾ ਪਹਿਲਾਂ ਸਾਡੇ ਨਾਲ ਰਲਾ ਲੈਂਦਾ ਸੀਗਾ, ਹੱਸ ਖੇਡ ਲੈਂਦਾ ਸੀ ਸਾਡੇ ਵਿੱਚ ਬਹਿ ਕੇ। ਜਿੱਥੇ ਰੂਪਾ ਚਲ ਗਿਆ ਉਹਨੇ ਬੱਚੇ ਵੀ ਪਰੇ ਕਰ ਲਏ, ਬੱਚਿਆਂ ਨੂੰ ਵੀ ਨਹੀਂ ਸਾਡੇ ਨਾਲ, ਸਾਡੇ ਜਿਹੜੇ ਨਾਲ ਬੱਚੇ ਆਉਂਦੇ ਸੀ ਉਹਨਾਂ ਦੇ ਨਾਲ ਵੀ ਨਹੀਂ ਸੀ ਉਹਨੂੰ ਰਲਣ ਦਿੰਦੀ। ਕਹਿੰਦੀ ਸੀ ਨਹੀਂ ਅਸੀਂ ਨਹੀਂ, ਕਹਿੰਦੀ ਸੀ ਇਹਨਾਂ ਨਾਲ ਬੱਚਿਆਂ ਨਾਲ ਰਲਣਾ, ਅਨਪੜ੍ਹ ਲੋਕ ਆ ਇਹ, ਇੱਦਾਂ ਕਹਿੰਦੀ ਹੁੰਦੀ ਸੀ। ਹੁਣ ਉਹ ਪੇਕੇ ਪਰਿਵਾਰ ਦੇ ਵਿੱਚ ਹੈ ਜਾਂ ਫਿਰ ਕੀ ਉਹਨੇ ਅੱਡ ਰਹਿੰਦੀ ਹੈ? ਹੁਣ ਰਹਿੰਦੀ ਤਾਂ ਪਿੰਡ ਦੇ ਵਿੱਚ ਹੀ ਆ, ਬਾਠਾਂ ਦੇ ਵਿੱਚ ਹੀ ਆ, ਪਰ ਉਹ ਜ਼ਿਆਦਾ ਉਹਨੂੰ ਸਪੋਰਟ ਜਿਹੜੀ ਆ ਪੇਕੇ ਵਾਲਿਆਂ ਦੀ ਆ। ਹਾਂਜੀ। ਤੇ ਸਹੁਰੇ ਪਰਿਵਾਰ ਦੇ ਵਿੱਚ ਉਹਨੇ ਰਹਿਣ ਤੋਂ ਮਨਾ ਕਰ ਦਿੱਤਾ ਕਿ ਹੁਣ ਇੱਥੇ ਰਹਿਣਾ ਹੀ ਨਹੀਂ, ਜਾਂ ਫਿਰ ਕੀ ਹੈ? ਉਦੋਂ ਅਸੀਂ ਆਈਆਂ ਸੀ, ਅਸੀਂ ਅੱਧਾ ਥਾਂ ਦੋਨਾਂ ਭਰਾਵਾਂ ਨੂੰ ਦੇ ਗਈਆਂ ਸੀ, ਕਿਉਂ ਸਾਨੂੰ ਰੱਬ ਨੇ ਘਰਾਂ ਦੇ ਵਿੱਚ ਦਿੱਤਾ ਸਭ ਕੁਝ, ਅਸੀਂ ਨਹੀਂ ਹੈਗੀਆਂ ਹਿੱਸੇ ਦੀਆਂ ਹੱਕਦਾਰ। ਸਾਡੇ ਭਰਾ ਰਹਿਣ, ਅਸੀਂ ਸਾਡੇ ਆਉਣ ਜਾਣ, ਸਾਨੂੰ ਦੇਖਣ ਆਈਆਂ ਨੂੰ ਸਾਨੂੰ ਚਾਹ ਦਾ ਕੱਪ ਦੇਣ, ਪਰ ਉਹਨੇ ਸਾਡੀ ਗੱਲ ਨਹੀਂ ਸੁਣੀ। ਵੱਖਰਾ ਉਹਨੇ 5 ਲੱਖ ਦਾ ਘਰ ਲੈ ਲਿਆ, ਤਾਂ ਅਸੀਂ ਹਜੇ ਦੇਖਿਆ ਨਹੀਂ ਉਹ ਉੱਧਰ ਕਿੱਦਾਂ ਦਾ ਆ। ਨਾ ਸਾਨੂੰ ਉਹਨੇ ਕਦੀ ਕਿਹਾ ਵੀ ਆ ਜਾਵੋ ਉੱਧਰ ਘਰ ਦੇਖੋ, ਕਦੀ ਨਹੀਂ ਕਿਹਾ। ਅਸੀਂ ਜਿੱਦਾਂ ਹੀ ਆਈ ਦੀਆਂ ਉੱਦਾਂ ਹੀ ਇੱਥੋਂ ਰੋ ਕੇ ਚਲ ਜਾਈਦਾ ਆ। ਕਈ ਹਾਲਾਤ ਇੱਦਾਂ ਦੇ ਹੁੰਦੇ ਵੀ ਇੱਕ ਮੀਂਹ ਪੈਂਦਾ ਹੁੰਦਾ ਵੀ ਸਾਨੂੰ ਡਰ ਲੱਗਣ ਲੱਗ ਪੈਂਦਾ ਵੀ ਅਸੀਂ ਕਿਤੇ ਥੱਲੇ ਨਾ ਜਾਈਏ, ਵੀ ਨਹੀਂ ਤਾਂ ਉਹ ਵੀ ਕਹਿ ਸਕਦੀ ਵੀ ਉੱਧਰ ਪਵੋ, ਇੱਧਰ ਤਾਂ ਡਿੱਗ ਪੈਣਾ, ਮਕਾਨ ਆਪਣਾ ਡਿੱਗ ਪਊਗਾ, ਵੀ ਤੁਸੀਂ ਮੇਰੇ ਕੋਲ ਕਦੀ ਨਹੀਂ ਸੀ ਸਾਨੂੰ ਕਿਹਾ ਉਹਨੇ। ਅਸੀਂ ਦਾਦੀਆਂ ਨੇ ਰਾਤ ਰਹਿ ਕੇ ਸਵੇਰੇ ਘਰਾਂ ਨੂੰ ਚਲ ਜਾਣਾ, ਬਗਾਨੇ ਬੱਚੇ ਲੈ ਕੇ ਆਉਂਦੀਆਂ ਸੀ, ਸਾਨੂੰ ਡਰ ਬਹੁਤ ਲੱਗਦਾ ਹੁੰਦਾ ਸੀਗਾ। ਪਰ ਹੁਣ ਜਿਹੜੀ ਆ ਉਹ ਸਾਡੇ ਤੋਂ ਪਰੇ ਰਹਿੰਦੀ। ਹੁਣ ਉਹ ਆਉਂਦੀ ਉਸ ਟਾਈਮ ਆਉਂਦਾ ਜਦੋਂ ਕੋਈ ਲੀਡਰ ਆ ਜਾਂਦਾ ਉਹਨੂੰ ਚੈੱਕ ਦੇਣ, ਚੈੱਕ ਦੇ ਕੇ ਉਦੋਂ ਹੀ ਨਾਲ ਹੀ ਉਹਨਾਂ ਦੇ ਨਿਕਲ ਜਾਂਦੀ ਹੈ ਚੈੱਕ ਰੱਖ ਕੇ। ਤਾਂ ਅਸੀਂ ਸਾਨੂੰ ਕੋਈ ਇਤਰਾਜ਼ ਨਹੀਂ, ਠੀਕ ਆ, ਉਹਨੂੰ ਹੈਲਪ ਦਿੰਦੇ ਆ, ਠੀਕ ਆ। ਪਰ ਜੇ ਭੈਣਾਂ ਦੇ ਵਿੱਚ ਹੁਣ ਅਸੀਂ ਆਪਣੇ ਘਰਾਂ ਤੋਂ ਤਾਂ ਲਿਆਉਣ ਹੋ ਰਹੀਆਂ ਹੈ ਨਾ, ਤਾਂ ਇਹ ਹੁਣ ਗੌਰਮੈਂਟ ਨੂੰ ਸਾਡੀ ਸੁਣਨੀ ਚਾਹੀਦੀ ਆ ਵੀ ਆ ਜਿਹੜਾ ਮਕਾਨ ਜਿੱਥੇ ਅਸੀਂ ਰਾਤਾਂ ਰਹਿਣੇ, ਅਸੀਂ ਬਗਾਨਿਆਂ ਦੇ ਕੋਲੋਂ ਬੁਰੇ ਬਣਨਾ ਆ, ਵੀ ਇਸ ਮਕਾਨ ਘਰ ਬਾਰੇ ਵੀ ਸੋਚਣ ਕੁਛ। ਸਾਡੇ ਵੱਲੋਂ ਕਮਲ ਦੇ ਪੈਸਿਆਂ 'ਚੋਂ ਦੇਣ, ਸਾਡੇ ਵੱਲੋਂ ਕੋਲੋਂ ਦੇਣ,
ਸਾਡੇ ਇਸ ਘਰ ਬਾਰੇ ਸੋਚਣਾ ਚਾਹੀਦਾ। ਅਸੀਂ ਹੱਕਦਾਰ ਪੂਰੀਆਂ ਆ, ਜਦੋਂ ਸਾਡਾ ਬਲੱਡ ਮਿਲ ਗਿਆ ਆ ਅਸੀਂ ਘਰ ਦੇ ਵਿੱਚ ਹੱਕਦਾਰ ਵੀ ਪੂਰੀਆਂ ਆ। ਜਦੋਂ ਤੁਹਾਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਇਰਾਕ ਦੇ ਵਿੱਚ, ਕਿਉਂਕਿ 39 ਭਾਰਤੀਆਂ 'ਚੋਂ ਇੱਕ ਜਿਉਂਦਾ ਵੀ ਵਾਪਸ ਆਇਆ ਸੀਗਾ, ਹਰਜੀਤ ਮਸੀਹ, ਜਦੋਂ ਉਹਨੇ ਇੱਥੇ ਆਣ ਕੇ ਦੱਸਿਆ ਸੀਗਾ ਕਿ ਇਸ ਤਰ੍ਹਾਂ ਦਾ ਹਾਦਸਾ ਵਾਪਰਿਆ ਉਹਨਾਂ ਦੇ ਨਾਲ, ਫਿਰ ਤੁਸੀਂ ਕੋਈ ਕੋਸ਼ਿਸ਼ ਕੀਤੀ ਸੀਗੀ ਉਸ ਵਾਸਤੇ? ਅਸੀਂ ਕੋਸ਼ਿਸ਼, ਸਾਨੂੰ ਇੰਨਾ ਬਹੁਤ ਹੌਸਲਾ ਹੋ ਜਾਂਦਾ ਸੀ ਵੀ ਵੀ ਆ ਜਾਣਾ ਆ। ਹਰਜੀਤ ਦੀਆਂ ਤਾਂ ਗੱਲਾਂ ਦਾ ਅਸੀਂ ਵਿਸ਼ਵਾਸ ਨਹੀਂ ਸੀ ਕਰਦੇ, ਪਰ ਉਹ ਕਹਿੰਦਾ ਤਾਂ ਉਦੋਂ ਦਾ ਹੀ ਸੀ ਵੀ ਮਾਰ ਦਿੱਤੇ ਆ। ਪਰ ਸਾਨੂੰ ਆਸ ਜਿਹੜੀ ਹੈ ਨਾ, ਆਸ ਸਾਡੇ ਭੈਣਾਂ ਭਰਾਵਾਂ ਦੀ ਕਦੀ ਆਸ ਟੁੱਟਦੀ ਨਹੀਂ ਗਈ। ਅੱਜ ਵੀ ਰੂਪਾ ਸਾਡੇ ਵਿੱਚ ਨਹੀਂ, ਸਾਨੂੰ ਫਿਰ ਵੀ ਆਸ ਆ ਵੀ ਰੂਪਾ ਹੈਗਾ ਆ। ਪਰ ਉਸ ਬੰਦੇ ਉਹਨੇ ਤਾਂ, ਹਰਜੀਤ ਨੇ ਤਾਂ ਕਹਿਤਾ ਸੀ ਵੀ ਉਹ ਮੇਰੇ ਸਾਹਮਣੇ ਮਾਰੇ ਆ, ਪਰ ਸਾਨੂੰ ਫਿਰ ਵੀ ਅੱਜ ਵੀ ਅਸੀਂ ਆਸ ਰੱਖ ਕੇ ਬੈਠੇ ਉੱਤੇ। ਪਰ ਜਦ ਕਿ ਗੌਰਮੈਂਟ ਨੇ ਹੁਣ ਸਾਰਾ ਕੁਝ ਸਾਡੇ ਸਾਹਮਣੇ ਕਰ ਦਿੱਤਾ ਆ, ਤਾਂ ਫਿਰ ਸਾਡੀ ਆਸ ਨਹੀਂ ਟੁੱਟੀ ਭਰਾ ਵੱਲੋਂ। ਪਰ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਅਚਾਨਕ ਮੀਡੀਆ ਦੇ ਵਿੱਚ ਆਣ ਕੇ ਸੁਸ਼ਮਾ ਸਵਰਾਜ ਕਹਿੰਦੀ ਹੈ ਕਿ ਉਹ ਜਿਹੜੇ 39 ਸੀ ਉਹਨਾਂ ਦੇ ਅਰਥੀਆਂ ਹੁਣ ਪਹੁੰਚਾ ਦਿੱਤੀਆਂ ਜਾਣਗੀਆਂ, ਉਹ ਡੈੱਡ ਹੋ ਗਏ ਨੇ, ਤੇ ਇੱਕਦਮ ਮੀਡੀਆ ਦੇ ਵਿੱਚ ਆ ਕੇ ਕਿਹਾ, ਤੁਹਾਨੂੰ ਨਹੀਂ ਲੱਗਦਾ ਪਰਿਵਾਰ ਦੇ ਨਾਲ ਸੰਪਰਕ ਕਰਕੇ ਤੇ ਇੱਕ ਸਹਾਨੁਭੂਤੀ ਹੋਣੀ ਚਾਹੀਦੀ, ਨਾਲ ਰਲ ਕੇ ਤੇ ਦੁੱਖ ਵੰਡਾਉਣਾ ਚਾਹੀਦਾ ਸੀ, ਆਰਾਮ ਨਾਲ ਦੱਸਣਾ ਚਾਹੀਦਾ ਸੀ? ਕਈ ਵਾਰੀ ਸਦਮਾ ਨਹੀਂ ਵੀ ਸਹਿ ਸਕਦਾ ਪਰਿਵਾਰ। ਅਸੀਂ ਆਪਣੇ ਘਰਾਂ ਦੇ ਵਿੱਚ ਸਾਡੇ ਕੋਲ ਸਦਮੇ ਤਾਂ ਨਹੀਂ ਬਰਦਾਸ਼ਤ ਹੋਏ, ਪਰ ਫਿਰ ਅਸੀਂ ਆਪਣੇ ਬੱਚੇ ਵੀ ਦੇਖਣੇ ਸੀਗੇ। ਫਿਰ ਰੋ ਲਈਦਾ ਸੀ ਅੰਦਰ ਵੜ ਕੇ, ਮੂੰਹ ਧੋ ਲੈਣਾ, ਬਹਿ ਜਾਣਾ। ਪਰ ਸਾਡੇ ਕੋਲ ਜਿਹੜਾ ਢਿੱਡ 'ਚ ਸਾਡੇ ਜੋ ਹੈਗਾ ਹੀ ਸੀਗਾ। ਸਾਡੇ ਕੋਲ ਹਜੇ ਤੱਕ ਵੀ ਬਰਦਾਸ਼ਤ ਕੁਛ ਨਹੀਂ ਹੁੰਦਾ। ਅਸੀਂ ਤਾਂ ਉਸੇ ਦਿਨ ਆ ਗਈਆਂ, ਦੂਜੇ ਦਿਨ ਜਿੱਦਣ ਇਹ ਗੱਲ ਦਾ ਸਾਨੂੰ ਪਤਾ ਲੱਗਾ ਸੀ ਆਪਣੇ ਘਰਾਂ 'ਚ ਉਦਣ ਹੀ ਆ ਗਈਆਂ। ਪਰ ਤੁਹਾਨੂੰ ਲੱਗਦਾ ਸਰਕਾਰ ਨੇ ਇਸ ਤਰੀਕੇ ਦੇ ਨਾਲ ਜਿਹੜਾ ਇੱਕ ਧੋਖੇ ਦੇ ਵਿੱਚ ਰੱਖਿਆ ਕਿ ਜਿਉਂਦੇ ਨੇ ਹਾਲੇ? ਬੇਟਾ ਸਾਨੂੰ ਉਹਨਾਂ ਨੇ ਧੋਖਾ ਇੰਨਾ ਕੀਤਾ ਸਾਡੇ ਨਾਲ, ਹੈ ਨਾ। ਸਾਨੂੰ ਅੱਜ ਤੱਕ ਜੇ ਸਾਨੂੰ ਇਹੀ ਫੈਸਲਾ ਦੇਣਾ ਸੀਗਾ ਤਾਂ ਅੱਜ ਤੋਂ ਥੋੜ੍ਹੀ ਸਮਾਂ ਪਹਿਲਾਂ ਦੇ ਦਿੰਦੇ। ਕਿਉਂ? ਅਸੀਂ ਜਿਹੜਾ ਮਾਰ ਕੇ ਸਾਨੂੰ ਗੌਰਮੈਂਟ ਨੇ ਜੀਂਦਾ ਕੀਤਾ, ਸਾਡੇ ਲਈ ਜੀ ਨਹੀਂ ਹੁੰਦਾ। ਅੱਜ ਤਾਂ ਅਸੀਂ ਬਹੁਤ ਮਜਬੂਰ ਹੋ ਗਏ ਇਸ ਜ਼ਿੰਦਗੀ 'ਤੇ। ਇੰਨੇ ਮਜਬੂਰ ਇਹਨਾਂ ਨੇ, ਗੌਰਮੈਂਟ ਨੇ ਸਾਨੂੰ ਕਰਤਾ, ਬਾਹਲਾ ਕਰ ਦਿੱਤਾ। ਅਸੀਂ ਜੀ ਨਹੀਂ ਸਕਦੀਆਂ, ਨਾ ਅਸੀਂ ਮਰ ਸਕਦੀਆਂ ਆਪਣੇ ਭਰਾ ਤੋਂ ਬਗੈਰ। ਬਾਕੀ ਹੁਣ ਉਹ ਜਿਹੜਾ ਸਮਾਂ ਆ ਗਿਆ, ਕਿਉਂ ਉਹਦੇ ਮੂਹਰੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਜੋ ਵੀ ਫੈਸਲਾ ਹੈਗਾ ਆ ਸਾਨੂੰ ਉਹਨਾਂ ਨੇ ਭੇਜ ਦੇਣਾ। ਬਾਕੀ ਭੈਣਾਂ ਆ, ਅਸੀਂ ਜਿੰਨੀਆਂ ਵੀ ਤੈਨੂੰ ਦੱਸਿਆ ਹੀ, ਤੁਹਾਨੂੰ ਹਕੀਕਤ ਦਾ ਸਾਰੀ ਤਾਂ ਦੱਸਿਆ ਵੀ ਕੀ ਦੱਸ ਰਹੇ ਅਸੀਂ। ਵੀ ਤੁਸੀਂ ਸੋਚੋ, ਸਾਡੇ ਬਾਰੇ ਸੋਚੋ। ਸਾਡਾ ਭਰਾ ਸੀਗਾ, ਉਹ ਉਹਨਾਂ ਦੇ ਬੱਚੇ ਵੀ ਆ। ਭਲਕ ਨੂੰ ਸਾਨੂੰ ਉਹਨੇ ਦਰਵਾਜ਼ਾ ਉਹਨੇ ਨਹੀਂ ਟੱਪਣ ਦੇਣਾ, ਨਾ ਟੱਪਣ ਦਿੰਦੀ ਆ, ਨਾ ਅਸੀਂ ਜਾ ਰਹੇ ਹਾਂ। ਇਸ ਗਰੀਬੀ ਨੂੰ ਤੋੜਨ ਦੀ ਖਾਤਰ ਸਾਨੂੰ ਭੈਣਾਂ ਨੂੰ ਪਰਦੇਸ ਘੱਲਣਾ ਪਿਆ। ਆਹੀ ਗੱਲ ਪਹਿਲਾਂ ਦੱਸ ਦਿੰਦੇ, ਉਦੋਂ ਵੀ ਅਸੀਂ ਰੋਣਾ ਸੀ ਤਾਂ ਅੱਜ ਵੀ ਅਸੀਂ ਰੋਂਦੇ ਹੀ ਹਾਂ। ਇਹ ਗੱਲ 4 ਸਾਲ ਤੋਂ ਪਹਿਲਾਂ ਇਹੀ ਗੱਲ ਦੱਸ ਦਿੰਦੇ ਸਾਨੂੰ ਵੀ ਕੰਮ ਖਤਮ ਆ, ਪਰ ਅਸੀਂ ਉਦੋਂ ਵੀ ਰੋਂਦੇ ਸੀ, ਅੱਜ ਵੀ ਰੋਣਾ ਸੀ। ਰੂਪ ਲਾਲ ਦੀ ਫੈਮਿਲੀ ਹੁਣ ਸਾਡੇ ਨਾਲ ਨੇ, ਉਹਨਾਂ ਦੇ ਬੱਚੇ ਨੇ ਤੇ ਉਹਨਾਂ ਦੀ ਵਾਈਫ ਨੇ ਸਾਡੇ ਨਾਲ, ਤੇ ਆਪਾਂ ਉਹਨਾਂ ਦੀ ਜਿਹੜੀ ਵਾਈਫ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਆਖਰੀ ਵਾਰ ਤੁਹਾਡੀ ਰੂਪ ਲਾਲ ਜੀ ਉਹਨਾਂ ਦੇ ਨਾਲ ਕਦੋਂ ਗੱਲ ਹੋਈ ਸੀਗੀ? ਉਹਨਾਂ ਦੀ ਗੱਲ ਮੇਰੇ ਆਖਰੀ ਜਿੱਦਾਂ ਆਪਣੀ 10:30 ਵਜੇ ਰਾਤ ਨੂੰ ਜੂਨ ਦੇ ਮਹੀਨੇ ਹੋਈ ਸੀਗੀ ਮੈਨੂੰ ਗੱਲਬਾਤ। ਉਹਨਾਂ ਨੇ ਇਹ ਦੱਸਿਆ, ਜਿੱਦਾਂ ਸਾਡੇ ਪ੍ਰਾਹੁਣੇ ਸੀਗੇ ਉਹਨਾਂ ਤੋਂ ਇਹ ਗੱਲ ਕੀਤੀ, ਉਹਨਾਂ ਦਾ ਹੋਈ ਹੈ ਮੇਰੇ ਤੋਂ, ਵੀ ਤੁਸੀਂ ਉਹਨੂੰ ਕਮਲ ਨੂੰ ਨਹੀਂ ਕੋਈ ਗੱਲ ਦੱਸਣੀ ਹੈਗੀ, ਜਿਹੜੀ ਗੱਲ ਕਰਨੀ ਹੈ ਵੀ ਸਾਡੇ ਨਾਲ ਤੁਸੀਂ ਗੱਲ ਕਰਿਓ। ਕਿਉਂਕਿ ਜੇ ਮੇਰੇ ਨਾਲ ਇੱਦਾਂ ਗੱਲ ਹੋਈ ਹੁੰਦੀ ਤਾਂ ਫਿਰ ਮੈਨੂੰ ਪਤਾ ਤਾਂ ਲੱਗ ਜਾਂਦਾ ਵੀ ਉਹ ਬੰਦੇ ਹੈ ਜਾਂ ਨਹੀਂ ਹੈ ਜਾਂ ਕਿੱਦਾਂ ਹੈ। ਹੋਰ ਮੇਰੇ ਨਾਲ ਉਹਨੇ ਕੋਈ ਨਹੀਂ ਗੱਲ ਕੀਤੀ ਹੈਗੀ। ਬੱਚਿਆਂ ਬਾਰੇ ਪਤਾ, ਇਹ ਸੁੱਤੇ ਪਏ ਸੀ ਉਦੋਂ ਉੱਤੇ। ਮੈਂ ਕਿਹਾ ਪੇਕਿਆਂ ਨੂੰ ਗਈ ਹੋਈ ਸੀ ਉਦੋਂ, ਬਾਅਦ 'ਚ ਨਹੀਂ ਕੋਈ ਗੱਲ ਦਾ ਮੈਨੂੰ ਪਤਾ। ਉਹ ਸਾਡੇ ਜਿੱਦਾਂ ਮੇਰੇ ਨਾਲ ਹੋਈ ਹੈ, ਉਹਨਾਂ ਨਾਲ ਗੱਲਬਾਤ ਹੋਈ ਹੈ ਸਾਰੀ। ਤੇ ਜਦੋਂ ਤੁਹਾਡੇ ਨਾਲ ਉਹਨਾਂ ਨੇ ਗੱਲ ਕੀਤੀ ਤੇ ਉਹਨਾਂ ਨੇ ਦੱਸਿਆ ਕੁਛ ਕਿ ਇਸ ਤਰ੍ਹਾਂ ਅਸੀਂ ਸਾਨੂੰ ਫੜ ਲਿਆ ਜਾਂ ਫਿਰ ਸਾਨੂੰ ਬੰਦਕ ਬਣਾ ਲਿਆ? ਮੈਂ ਕੋਈ ਨਹੀਂ ਗੱਲ ਕੀਤੀ ਹੈਗੀ। ਜਿਵੇਂ ਮੈਂ ਕਹਾਂ ਵੀ ਮੈਨੂੰ ਉਹਨਾਂ ਨੇ ਗੱਲ ਕੀਤੀ ਹੈ, ਮੇਰੇ ਨਾਲ ਉਹਨੇ ਕੋਈ ਨਹੀਂ ਗੱਲ ਕੀਤੀ ਹੈਗੀ। ਉਹਨਾਂ ਨੇ ਇੱਦਾਂ ਕਿਹਾ ਵੀ ਬੱਚਿਆਂ ਨਾਲ ਗੱਲ ਕੀਤੀ ਵੀ ਉਹ ਇਹ ਉੱਪਰ ਸੁੱਤੇ, ਸਾਡੇ ਜਿਹੜਾ ਡਬਲ ਸਟੋਰ ਤਾਂ ਕਰਕੇ ਉੱਪਰ ਸੁੱਤੇ ਪਏ, ਮੈਂ ਥੱਲੇ ਸੀਗੀ, ਇਸ ਕਰਕੇ ਵੀ ਮੈਨੂੰ ਇਸ ਗੱਲ ਦਾ ਕੋਈ ਨਹੀਂ ਪਤਾ ਹੈਗਾ ਵੀ ਉਹਨਾਂ ਨਾਲ ਕੀ ਹੋਇਆ। ਵੀ ਬਾਅਦ 'ਚ ਜਦ ਫਿਰ ਮੈਂ ਉੱਧਰ ਪੇਕਿਆ ਤੋਂ ਇੱਧਰ ਨੂੰ ਆਉਂਦੀ ਸੀ, ਉਹਨੇ ਫਿਰ ਮੇਰੇ ਨਣਦੋਈਆਂ ਨੇ ਮੈਨੂੰ ਫੋਨ ਕੀਤਾ ਵੀ ਕਮਲ ਤੂੰ ਵੀ ਇਹਦੇ ਡੈਡੀ ਦਾ ਫੋਨ ਆਇਆ ਸੀ ਤਾਂ ਕਰਕੇ ਫਿਰ ਤੂੰ ਫੋਨ ਚੁੱਕਦੇ ਨਹੀਂ ਸੀ। ਮੈਂ ਕਿਹਾ ਮੈਨੂੰ ਹੁਣ ਇਸ ਗੱਲ ਦਾ ਕੀ ਪਤਾ। ਬਾਅਦ 'ਚ ਫਿਰ ਉਹਨਾਂ ਨੇ ਮੇਰੇ ਨਣਦੋਈਆਂ ਨੇ ਮੈਨੂੰ ਦੱਸਿਆ ਵੀ ਉਹ ਬੰਦੇ ਇੱਦਾਂ ਉਹਨਾਂ ਨੂੰ ਫੜ ਕੇ ਲੈ ਗਏ, ਉਗਰ ਵੱਧ ਗਏ, ਉਹਨਾਂ ਨੂੰ ਹੱਥ ਵੱਧ ਗਏ। ਜਦੋਂ ਉਹਨਾਂ ਨੇ ਇਸ ਗੱਲ ਤੁਹਾਨੂੰ ਦੱਸੀ, ਉਸ ਤੋਂ ਬਾਅਦ ਤੁਸੀਂ ਫੋਨ ਕੀਤਾ, ਉਹਨਾਂ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ? ਕੀਤੀ, ਪਰ ਉਹ ਮੋਰੇ ਹੋਰ ਉਰਦੂ 'ਚ ਬੋਲਦੇ ਸੀ ਤਾਂ ਕਰਕੇ ਫੋਨ ਸਾਡਾ ਫਿਰ ਲੱਗਦਾ ਹੀ ਨਹੀਂ ਸੀ। ਕਿੰਨੀ ਵਾਰ ਅਸੀਂ ਟਰਾਈ ਕੀਤਾ ਪਰ ਉਹਨਾਂ ਨੇ ਸਾਡਾ ਫੋਨ ਨਹੀਂ ਚੁੱਕਿਆ ਹੈਗਾ। ਤੇ ਜਦੋਂ ਆਹ ਸਾਰੀਆਂ ਗੱਲਾਂ ਤੁਹਾਨੂੰ ਪਤਾ ਲੱਗੀਆਂ, ਫਿਰ ਤੁਸੀਂ ਕੋਈ ਉਪਰਾਲਾ ਕੀਤਾ ਕੁਝ ਕਰਨ ਦਾ? ਜਿੱਦਾਂ ਹੁਣ ਮੇਰੇ ਭਰਾ ਜਿੱਦਾਂ ਉਹਨਾਂ ਮੀਟਿੰਗ ਦਾ ਸੁਸ਼ਮਾ ਸਵਰਾਜ ਨੇ ਇਹ ਗੱਲ ਕਹੀ ਸੀ, ਕਹਿੰਦੇ ਵੀ ਬੰਦੇ ਹੈਗੇ। ਕਿੰਨੀ ਵਾਰੀ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਆ। ਹੁਣ ਮੈਂ ਤਾਂ ਉਸੇ ਵਾਸਤੇ ਬੈਠੀ ਨੇ, ਮੈਂ ਕਿਹਾ ਵੀ ਚਲੋ ਬੰਦੇ ਹੈਗੇ ਆ। ਹੁਣ ਸਾਨੂੰ ਉਹ ਕਹਿੰਦੇ ਵੀ ਬੰਦੇ ਹੈ ਨਹੀਂ ਵੀ ਹੁਣ ਇੰਨੀ ਉਹਦੇ ਸਾਨੂੰ ਦੱਸ ਦਿੰਦੇ, ਜੇ ਅਸੀਂ ਤਾਂ ਆਸ ਲਾ ਕੇ ਬੈਠੇ ਚਲ ਸਾਡੇ ਬੰਦੇ ਨੇ ਸਾਡੇ ਘਰ ਆ ਜਾਣਾ।
ਜੇ ਇੱਕ ਉਹਨਾਂ ਦੇ ਵਿੱਚੋਂ 40 ਬੰਦੇ ਗਏ ਸੀਗੇ, ਇੱਕ ਹਰਜੀਤ ਮਸੀਹ ਜਿਹੜਾ ਬਾਹਰ ਆਇਆ ਸੀਗਾ, ਉਹਨੇ ਵੀ ਕਿਹਾ ਸੀਗਾ ਕਿ ਉਹਨਾਂ ਦਾ ਇਸ ਤਰੀਕੇ ਦੇ ਨਾਲ ਘਟਨਾ ਉਹਨਾਂ ਦੇ ਨਾਲ ਵਾਪਰ ਗਈ ਹੈ। ਫਿਰ ਤੁਸੀਂ ਉਹਨਾਂ ਤੇ ਯਕੀਨ ਨਾ ਕਰਕੇ ਸਰਕਾਰ ਤੇ ਯਕੀਨ ਕੀਤਾ। ਤੁਸੀਂ ਸਰਕਾਰ ਨੂੰ ਕੀ ਸੋਚਦੇ ਹੋ ਕਿ ਜਿਹੜਾ ਉਹਨਾਂ ਨੇ ਇੱਕ ਧੋਖੇ ਦੇ ਵਿੱਚ ਰੱਖਿਆ? ਨਹੀਂ, ਸਰਕਾਰ ਨੇ ਤਾਂ ਸਾਨੂੰ ਸੱਚੀ ਧੋਖੇ 'ਚ ਰੱਖਿਆ, ਜਾਂ ਇਦਾਂ ਦੀ ਗੱਲਬਾਤ ਹੋਈ ਸੀ ਉਦੋਂ ਸਾਨੂੰ ਦੱਸ ਦਿੰਦੇ ਵੀ ਉਹ ਬੰਦੇ ਹੈ ਨਹੀਂ ਜਾਂ ਕਿੱਦਾਂ ਆ। ਵੀ ਇਹਨੂੰ ਸਾਨੂੰ ਲਾ 6 ਮਹੀਨੇ ਬਾਅਦ ਜਦੋਂ ਗੱਲ ਚੱਕਦੇ ਵੀ ਸਾਡਾ ਮਨ ਡੋਲਦਾ ਹੈ ਇੱਦਾਂ, ਵੀ ਸਾਡੇ ਵੀ ਦਿਮਾਗ ਦੇ ਪ੍ਰੈਸ਼ਰ ਘੜੀ ਘੜੀ ਪੈਂਦਾ। ਇੱਕ ਜਿਹੜਾ ਪ੍ਰੈਸ਼ਰ ਪੈਣਾ ਉਹ ਤਾਂ ਇੱਕ ਵਾਰੀ ਪੈਣਾ ਹੀ ਪੈਣਾ ਸੀਗਾ, ਹੁਣ ਸਾਨੂੰ ਘੜੀ ਘੜੀ 5-6 ਵਾਰੀ ਚਾਂਸ ਹੋ ਗਿਆ ਹੈ ਵੀ ਬੰਦੇ ਹੈ ਜਾਂ ਨਹੀਂ ਹੈ ਜਾਂ ਕਿੱਦਾਂ ਹੈ। ਮੈਂ ਤਾਂ ਆਪ ਸਮਾਂ ਦੁਖੀ ਹੋਈ ਪਈ ਹਾਂ। ਨਾ ਮੇਰਾ ਦਿਮਾਗ ਕਦੀ ਇੱਧਰ ਨੂੰ ਲੱਗਦਾ ਨਾ ਉੱਧਰ ਲੱਗਦਾ, ਕੀ ਦਿਮਾਗ ਖਰਿਆ ਕੋਲ ਨਹੀਂ ਫਿਰਦਾ ਮੇਰਾ ਤਾਂ ਕੋਈ। ਜਿਹੜੀ ਇਹ ਘਟਨਾ ਵਾਪਰੀ ਉਸ ਤੋਂ ਬਾਅਦ ਇੱਥੇ ਤੁਸੀਂ ਕਿਸੇ ਨੂੰ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ? MP MLA MLC ਕਿਸੇ ਕੋਲ ਗਏ ਸੀ? ਹਾਂਜੀ, ਜਿੱਦਾਂ ਸੁਸ਼ਮਾ ਸਵਰਾਜ ਦੀ ਮੀਟਿੰਗ ਰੱਖਦੀ ਦਿੱਲੀ ਦੀ, ਮੇਰਾ ਭਰਾ ਜਾਂਦਾ ਸੀ ਕਿਉਂਕਿ ਮੇਰੇ ਬੱਚੇ ਛੋਟੇ ਸੀਗੇ, ਤਾਂ ਕਰਕੇ ਮੇਰੇ ਤੋਂ ਤਾਂ ਜਾ ਨਹੀਂ ਹੁੰਦਾ। ਮੇਰਾ ਭਰਾ ਹੀ ਜਾਂਦਾ ਹੁੰਦਾ ਸੀਗਾ, ਪਵਨ ਕੁਮਾਰ ਉਹਨਾਂ ਦਾ ਨਾਮ ਹੈ। ਤੇ ਘਰ ਦਾ ਜਿਹੜਾ ਹੋਰ ਪਰਿਵਾਰ ਸੀਗਾ, ਉਹਨਾਂ ਤੁਹਾਡੇ ਜੇਠ ਹੋਣੀ ਹੈਗੇ ਨੇ ਜਾਂ ਫਿਰ ਜਿਹੜੀਆਂ ਫੈਮਿਲੀ ਦੇ ਵਿੱਚ ਉਹਨਾਂ ਦੀਆਂ ਭੈਣਾਂ ਸੀਗੀਆਂ, ਉਹਨਾਂ ਨੇ ਕੋਈ ਕੁਝ ਕਰਨ ਦੀ ਕੋਸ਼ਿਸ਼ ਕੀਤੀ? ਉਹਨਾਂ ਨੇ ਕਿਤੇ ਕਹਤਾ ਸੀਗਾ, ਕਹਿੰਦੇ ਵੀ ਜਦੋਂ ਇਹ ਗੱਲਬਾਤ ਹੋਈ ਸੀ ਤਾਂ ਉਹ ਕਹਿੰਦੇ ਸੀ ਵੀ ਘਰੋਂ ਘਰੀ ਤਾਂ ਮਸੀਂ ਸਰਦਾ ਹੈ, ਤਾਂ ਕਰਕੇ ਫਿਰ ਮੈਂ ਤਾਂ ਫਿਰ ਕਿਸੇ ਨੂੰ ਕਿਹਾ ਨਹੀਂ ਕੁਛ ਹੈਗਾ। ਮੈਂ ਕਿਹਾ ਜੋ ਹੈਗਾ, ਜੋ ਸਾਡੀ ਤਕਦੀਰ 'ਚ ਉਹੀ ਹੋਣਾ ਹੈ, ਅਸੀਂ ਹੁਣ ਕੁਛ ਕਰ ਨਹੀਂ ਸਕਦੇ ਹੈਗੇ। ਉਹਨਾਂ ਤੇ ਉਹ ਹੁਣ ਕਹਿੰਦੇ ਨੇ ਕਿ ਤੁਸੀਂ ਉਸ ਘਰ ਦੇ ਵਿੱਚ ਨਹੀਂ ਰਹਿੰਦੇ, ਤੁਸੀਂ ਦੂਜੇ ਥਾਂ ਕਮਰਾ ਲੈ ਲਿਆ ਹੈ, ਘਰ ਲੈ ਲਿਆ, ਖਰੀਦ ਲਿਆ, ਫਿਰ ਤੁਸੀਂ ਇੱਥੇ ਰਹਿੰਦੇ ਹੋ। ਤੇ ਇਹ ਕੀ ਹੈ, ਪੂਰੀ ਗੱਲ ਕੀ ਹੈ, ਘਰ ਦਾ ਕੀ ਮੈਟਰ? ਘਰ ਦਾ ਤਾਂ ਹੁਣ ਤੁਹਾਨੂੰ ਪਤਾ ਹੀ ਹੈ, ਜੇ ਕੋਈ ਘਰ ਸਾਡੇ ਲੜਾਈ ਝਗੜਾ ਬਹੁਤ ਹੁੰਦਾ ਸੀਗਾ, ਕਿਉਂਕਿ ਜਦ ਵੀ ਮੈਂ ਕੋਈ ਸਮਾਨ ਇੱਧਰ ਉੱਧਰ ਰੱਖਣਾ ਤਾਂ ਉਹਨੇ ਸਾਰਾ ਕੁਝ ਚੱਕ ਕੇ ਇੱਧਰ ਉੱਧਰ ਮਾਰਦੀ ਸੀਗੀ। ਤਾਂ ਕਰਕੇ ਮੈਨੂੰ ਇੱਦਾਂ ਫਿਰ ਆਪਣੀ ਮਜਬੂਰੀ ਤੋਂ ਕਿਉਂਕਿ ਮੇਰੇ ਬਾਲਾਂ ਨੂੰ ਹੱਥ ਪਾਉਂਦੀ ਸੀਗੀ ਉਹ, ਫਿਰ ਮੇਰੇ ਗਲੇ ਘੁੱਟਣ ਨੂੰ ਆਈ ਆ, ਕਿਉਂਕਿ ਤਾਂ ਕਰਕੇ ਫਿਰ ਮੈਂ ਆਪਣਾ ਫਿਰ ਮਕਾਨ ਅਲੱਗ ਲਿਆ, ਕਿਉਂਕਿ ਇਹ ਫਿਰ ਮੈਂ ਕਿਰਾਏ 'ਤੇ ਰਹਿੰਦੀ ਹਾਂ ਇੱਥੇ। ਤੇ ਉਸ ਤੁਹਾਡੇ ਜਿਹੜੇ ਪੇਕਾ ਪਰਿਵਾਰ ਹੈ ਉਹ ਕਹਿੰਦੇ ਨੇ ਪੇਕੇ ਪਰਿਵਾਰ ਦੀ ਮਦਦ ਦੇ ਨਾਲ ਉਹ ਹੋਰ ਕਿਤੇ ਘਰ ਲੈ ਕੇ ਰਹਿ ਰਹੇ ਨੇ, ਐਵੇਂ ਦਾ ਉਹ ਕਹਿੰਦੇ ਨੇ। ਕੌਣ ਕਹਿੰਦੇ? ਹਾਂਜੀ, ਉਹਨਾਂ ਨੇ ਤਾਂ ਹੁਣ ਕਹਿਣਾ ਹੀ ਆ, ਜਦੋਂ ਹੁਣ ਮੈਨੂੰ ਘਰੋਂ ਹਿੱਸਾ ਹੀ ਨਹੀਂ ਦਿੱਤਾ ਹੈਗਾ ਤਾਂ ਫਿਰ ਮੈਂ ਤਾਂ ਹੁਣ ਆਪਣੇ ਬੱਚੇ ਤਾਂ ਕਹੇ ਤਾਂ ਉਹ ਤਾਂ ਜਿੱਦਾਂ ਕਿੱਦਾਂ ਹੈਗੇ, ਆਪਣੇ ਬੱਚੇ ਤਾਂ ਮੈਂ ਬਚਾਉਣੇ ਹੀ ਸੀਗੇ ਵੀ ਜੇ ਉੱਤੋਂ ਮਕਾਨ ਡੈਗਾ ਤਾਂ ਮੈਂ ਕਿੱਥੇ ਜਾਣਾ ਆ। ਤੇ ਤੁਸੀਂ ਉਹਨਾਂ ਨੂੰ ਆਪਦੇ ਪੇਕੇ ਪਰਿਵਾਰ ਦੇ ਥਰੂ ਸਮਝਾਉਣ ਦੀ ਕੋਸ਼ਿਸ਼ ਕੀਤੀ? ਉਹਨਾਂ ਨੇ ਤਾਂ ਇਹੀ ਕਿਹਾ ਜੋ ਹੈਗਾ ਠੀਕ ਹੈ, ਤੁਸੀਂ ਆਪਣੇ ਪਰਿਵਾਰ ਨੂੰ ਲੈ ਕੇ ਆਪਣੇ ਬੱਚਿਆਂ ਦਾ ਤੁਸੀਂ ਧਿਆਨ ਰੱਖੋ, ਬਸ ਉਹਨਾਂ ਨੇ ਇਹੀ ਗੱਲ ਕਹੀ ਮੇਰੇ ਪਰਿਵਾਰ ਨੂੰ ਤਾਂ। ਤੇ ਸਰਕਾਰ ਵੱਲੋਂ ਕੋਈ ਤੁਹਾਡੀ ਹੈਲਪ ਹੋਈ ਜਾਂ ਕੋਈ ਮਦਦ ਕੀਤੀ, ਕਿਸੇ ਮਦਦ ਲਈ ਕੋਈ ਅੱਗੇ ਆਇਆ? ਮਦਦ ਜਿੱਦਾਂ ਸਾਨੂੰ 20,000 ਰੁਪਇਆ ਮਿਲਦਾ ਹੀ ਆ, ਖਰਚਾ ਸਾਨੂੰ ਮਿਲਦਾ ਆ, ਕਿਉਂਕਿ ਹਜੇ ਤੱਕ ਵੀ ਦੇ ਰਹੀ ਆ। ਅਸੀਂ ਮੈਂ ਕਹੀਏ ਵੀ ਜਿੱਦਾਂ ਹੁਣ ਵੀ ਮੈਨੂੰ ਪੈਸੇ ਆਏ ਆ, ਉਹਨੇ ਮੈਨੂੰ ਭੇਜੇ ਆ ਪੈਸੇ ਵੀ ਜਿੱਦਾਂ ਬੱਚਿਆਂ ਦਾ ਖਰਚਾ, ਤਾਂ ਫਿਰ ਮੈਂ ਤਾਂ ਕੋਈ ਮੇਰੇ ਤੋਂ ਕੰਮ ਨਹੀਂ ਹੁੰਦਾ, ਮੇਰਾ ਦਿਮਾਗ ਨਹੀਂ ਚੱਲਦਾ ਹੈਗਾ ਵੀ ਮੈਂ ਕੀ ਕਰਾਂ। ਜਦੋਂ ਉਹਨਾਂ ਨੇ ਇੱਕਦਮ ਹੀ ਕਹਿੰਦੇ ਆ ਵੀ ਉਹ ਬੰਦੇ ਹੈ ਨਹੀਂ ਜਾਂ ਕਿੱਦਾਂ ਆ। ਤੇ ਜਿਹੜੇ 20,000 ਰੁਪਏ ਮਹੀਨੇ ਦੇ ਹਿਸਾਬ ਦੇ ਨਾਲ ਸਰਕਾਰ ਨੇ ਜਿਹੜੀ ਮਦਦ ਦੇਣ ਲਈ ਕਿਹਾ ਸੀਗਾ, ਉਹ ਤੁਹਾਨੂੰ ਹੁਣ ਤੱਕ ਦੇ ਸਾਰੇ ਪੈਸੇ ਆ ਗਏ ਆ? ਕਿਉਂਕਿ ਕੁਝ ਪੈਸੇ ਰੁਕੇ ਹੋਏ ਵੀ ਸੀਗੇ, ਜਿਹੜਾ ਬਾਅਦ ਦੇ ਵਿੱਚ ਤੁਹਾਨੂੰ ਸੰਪਰਕ ਕਰਕੇ ਉਹ ਪੈਸੇ ਦਿੱਤੇ ਗਏ ਜਾਂ ਨਹੀਂ? ਹਾਂਜੀ, ਨਹੀਂ ਦੇ ਦਿੱਤੇ, ਉਹਨਾਂ ਨੇ ਦਿੱਤੇ ਸਾਨੂੰ ਪੈਸੇ। ਹੋਰ ਵੀ ਕਿਸ ਤਰੀਕੇ ਦੀ ਕਿਸੇ ਨੇ ਹੈਲਪ ਵਾਸਤੇ ਕੋਈ ਏਜੰਸੀ ਜਾਂ ਫਿਰ ਕੋਈ ਸੰਸਥਾ ਅੱਗੇ ਆਈ ਜਾਂ ਨਹੀਂ? ਮੈਨੂੰ ਹੋਰ ਬਾਰੇ ਹੁਣ ਪਤਾ ਹੈਗਾ, ਇਹਨਾਂ ਦਿਮਾਗ 'ਚ ਗੱਲਾਂ ਨਹੀਂ ਯਾਦ ਰਹਿੰਦੀਆਂ, ਕਿਉਂਕਿ ਮੈਨੂੰ ਨਹੀਂ ਹੁਣ ਕੁਝ ਵੀ ਯਾਦ। ਹੁਣ ਉਹਦੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਰੂਪਲਾਲ ਦੇ ਪਰਿਵਾਰ ਦੇ ਵਿੱਚ ਪਰਿਵਾਰ ਦਾ ਆਹੀ ਸਾਡਾ ਪਰਿਵਾਰ ਆ ਬਸ। ਉਹਨਾਂ ਦੇ 2 ਬੱਚੇ ਸੀਗੇ, ਆਹ 100 ਰੁਪਏ ਉਹ ਕਰਨ ਆ, ਤਾਂ ਮੇਰਾ ਨਾਮ ਕਮਲਜੀਤ ਹੈ। ਤੁਸੀਂ ਸਾਡਾ ਚੈਨਲ ਬਾਹਰ ਦਾ ਕੈਨੇਡਾ ਦਾ ਚੈਨਲ ਹੈ, ਤੁਸੀਂ ਸਾਡੇ NRI ਵੀਰ ਜਿਹੜੇ ਵੀ ਸਾਡੇ ਦਰਸ਼ਕ ਦੇਖ ਰਹੇ ਨੇ, ਅਗਰ ਉਹ ਤੁਹਾਨੂੰ ਕੋਈ ਹੈਲਪ ਕਰਨਾ ਚਾਹਣ ਤੇ ਕੋਈ ਵੀ ਮਦਦ ਵਾਸਤੇ ਤੁਹਾਡਾ ਕੋਈ ਕੰਟੈਕਟ ਨੰਬਰ, ਆਪਦਾ ਨੰਬਰ ਜਿਹੜਾ ਸਾਡੇ ਦਰਸ਼ਕਾਂ ਨੂੰ ਦੱਸ ਦਿਓ। 98 143 18536 98 143 18 536। ਓਕੇ, ਨੰਬਰ ਜਿਹੜਾ ਹੈ ਉਹ TV ਸਕਰੀਨ ਤੇ ਥੱਲੇ ਲਿਖ ਕੇ ਆ ਰਿਹਾ ਹੈ, ਤੇ ਜਿਹੜਾ ਵੀ ਸਾਡਾ ਦਰਸ਼ਕ ਕੋਈ ਵੀ NRI ਵੀਰ ਅਗਰ ਹੈਲਪ ਕਰਨਾ ਚਾਹਵੇ ਤੇ ਇਸ ਪਰਿਵਾਰ ਦੀ ਹੈਲਪ ਕਰ ਸਕਦਾ ਹੈ ਸਾਡੇ ਨੀਚੇ ਲਿਖੇ ਕੰਟੈਕਟ ਨੰਬਰ ਦੇ ਉੱਤੇ। ਵੀਰ ਜੀ, ਰੂਪਲਾਲ ਦੇ ਨਾਲ ਤੁਹਾਡੀ ਆਖਰੀ ਵਾਰੀ ਗੱਲ ਕਦੋਂ ਹੋਈ ਸੀ? ਕੋਈ 20 ਕੁ ਦਿਨ ਪਹਿਲਾਂ ਮੇਰੇ ਨਾਲ ਗੱਲ ਉਹਦੀ ਹੋਈ ਸੀ, ਤੇ ਮੈਂ ਇਹਨੂੰ ਕਿਹਾ ਤੂੰ ਆਉਣਾ ਨਹੀਂ, ਕਹਿੰਦਾ ਮੈਂ ਜਲਦੀ ਆ ਜਾਣਾ ਆ, ਵੀ ਆ ਕੇ ਕੋਈ ਨਾ ਕੋਈ ਇੱਥੇ ਕੰਮ ਸ਼ੁਰੂ ਕਰਾਂਗੇ ਆਪਾਂ ਇਕੱਠੇ, ਕਿਉਂਕਿ ਇੱਥੇ ਮੇਰੇ ਨਾਲ ਵੀ ਫੋਟੋਗ੍ਰਾਫੀ ਦਾ ਕੰਮ ਕਰ ਲੈਂਦਾ ਸੀ ਉਹ, ਵੀ ਆਪਾਂ ਆ ਕੇ ਜਿੱਦਾਂ ਵੀ ਹੈਗੀ ਕਰਦੀ ਆਪਾਂ, ਮੈਂ ਆ ਕੇ ਨਾਲੇ ਮਕਾਨ ਬਣਾਉਂਗਾ ਤੇ ਨਾਲੇ ਆਪਾਂ ਕੋਈ ਕੰਮ ਸ਼ੁਰੂ ਕਰਾਂਗੇ। ਬਸ ਉੱਥੇ ਜਵਾਰਾ ਨਹੀਂ ਹੋਈ। ਜਦੋਂ ਉਹਨਾਂ ਨੇ ਆਖਰੀ ਵਾਰੀ ਤੁਹਾਨੂੰ ਕਾਲ ਕੀਤੀ ਸੀ, ਉਹਨਾਂ ਨੇ ਦੱਸਿਆ ਸੀਗਾ ਕਿ ਉੱਥੇ ਜਿਹੜਾ ਵੀ ਕੋਈ ਹਾਦਸਾ, ਜਿਸ ਤਰ੍ਹਾਂ ਲੜਾਈ ਲੱਗੀ ਹੋਈ ਸੀ ਉੱਥੇ IS ਦਾ ਪਹਿਲਾਂ ਹੀ ਉੱਥੇ ਕਾਫੀ ਬੋਲਬਾਲਾ ਹੈ, ਤੇ ਉਹਨੇ ਕਦੀ ਇਹੋ ਜਿਹਾ ਜਿਹੜੀ ਆ ਘਟਨਾ ਹੋਈ ਉਹਦੀ ਕਦੀ ਉਹਨਾਂ ਨੇ ਚਿੰਤਾ ਪ੍ਰਗਟਾਈ ਸੀ ਜਾਂ ਕੁਝ ਦੱਸਿਆ ਸੀਗਾ ਉਹਨਾਂ ਕਦੀ? ਨਹੀਂ,
ਸਾਡੇ ਨਾਲ ਤਾਂ ਕੋਈ ਇੱਦਾਂ ਦੀ ਕਦੀ ਗੱਲ ਨਹੀਂ ਕੀਤੀ ਨਹੀਂ ਸੀਗੀ ਵੀ ਇੱਥੇ ਦੇ ਹਾਲਾਤ ਠੀਕ ਨਹੀਂ ਹੈਗੇ, ਕਿਉਂਕਿ ਜੇ ਸਾਨੂੰ ਪਤਾ ਲੱਗ ਜਾਂਦਾ ਸੀ ਤੈਨੂੰ ਕਹਿਣਾ ਸੀ ਆ ਜਾ ਤੂੰ ਘਰ ਨੂੰ ਆਪਣੇ, ਪਰ ਉਹਨੇ ਸਾਡੇ ਨਾਲ ਇੱਦਾਂ ਦੀ ਕਦੀ ਗੱਲ ਨਹੀਂ ਕੀਤੀ ਸੀ ਵੀ ਤੇਰੇ ਹਾਲਾਤ ਇੱਦਾਂ ਦੇ ਆ। ਉਹਦੇ ਜਾਣ ਤੋਂ ਕਿੰਨੇ ਕੁ ਦਿਨ ਬਾਅਦ ਇਹ ਹਾਦਸਾ ਹੋਇਆ? ਉਹਦੇ ਮੇਰੇ 4 ਸਾਲ ਹੋ ਗਏ ਇਸ ਨੂੰ ਗਏ ਨੂੰ, 3.5 ਸਾਲ ਬਾਅਦ ਇਹ ਹਾਦਸਾ ਹੋ ਗਿਆ। ਤੇ ਤੁਹਾਡਾ ਜਦੋਂ ਕੰਟੈਕਟ ਉਹਨਾਂ ਦੇ ਨਾਲ ਹੋਇਆ ਸੀਗਾ ਤੇ ਕਹਿੰਦੇ ਨੇ ਕਿ ਜਦੋਂ ਆਖਰੀ ਵਾਰ ਜਦੋਂ ਤੁਹਾਡਾ ਕੰਟੈਕਟ ਹੋਇਆ ਸੀਗਾ ਤੇ ਉਹਨਾਂ ਨੇ ਤੁਹਾਨੂੰ ਐਵੇਂ ਦਾ ਕੁਝ ਨਹੀਂ ਸੀ ਕਿਹਾ? ਕਿਉਂਕਿ ਅਸੀਂ ਜਿਹੜੇ ਦੂਜੇ ਪਰਿਵਾਰਾਂ ਦੇ ਨਾਲ ਕੰਟੈਕਟ ਕੀਤਾ ਉਹਨਾਂ ਨੇ ਕਿਹਾ ਕਿ ਧਮਾਕੇ ਦੀ ਲਾਗੇ ਬੰਨੇ ਹੁੰਦੇ ਰਹਿੰਦੇ ਸੀ, ਉਹਦੀਆਂ ਖਬਰਾਂ ਦਿੰਦੇ ਹੁੰਦੇ ਸੀਗੇ, ਤੇ ਇਸ ਤਰ੍ਹਾਂ ਕੁਝ ਦੱਸਿਆ ਸੀਗਾ? ਹਾਂ, ਕੋਈ 15 ਤਰੀਕ ਨੂੰ ਗੱਲ ਸਾਡੀ ਜੀਜਾ ਜੀ ਨਾਲ ਹੋਈ ਸੀ, ਤਾਂ ਉਦੋਂ ਉਹ ਦੱਸਦਾ ਸੀ ਵੀ ਸਾਨੂੰ ਇਹ ਮਤਲਬ ਟਰੱਕ ਦੇ ਵਿੱਚ ਬਿਠਾ ਕੇ ਲੈ ਗਏ ਸਾਨੂੰ ਸਾਰੇ ਬੰਦਿਆਂ ਨੂੰ, ਤੇ ਫਿਰ ਕਿਤੇ ਗਾਂਹ ਕਿਤੇ ਮਤਲਬ ਕੋਈ ਫੈਕਟਰੀ ਬੰਦ ਹੋ ਗਈ ਉੱਥੇ ਉਹਨਾਂ ਨੂੰ ਰੱਖਿਆ, ਤਾਂ ਬਸ ਫਿਰ ਉਸ ਤੋਂ ਬਾਅਦ ਨੈਕਸਟ ਕੰਟੈਕਟ ਹੀ ਖਤਮ ਹੋ ਗਿਆ ਸਾਰਾ ਉਹਦੇ ਨਾਲ, ਫਿਰ ਕੋਈ ਕੰਟੈਕਟ ਹੀ ਨਹੀਂ ਮੁੜ ਕੇ ਹੋਇਆ ਕੋਈ ਵੀ। ਜਿਸ ਤਰੀਕੇ ਦੇ ਨਾਲ ਇੱਕ ਉਹਨਾਂ 40 ਦੇ ਵਿੱਚੋਂ ਇੱਕ ਹਰਜੀਤ ਮਸੀਹ ਜਿਹੜਾ ਬਾਹਰ ਆਇਆ ਸੀਗਾ, ਉਹਨੇ ਕਿਹਾ ਸੀਗਾ ਕਿ ਮੇਰੇ ਸਾਹਮਣੇ ਇਸ ਤਰ੍ਹਾਂ ਦੀ ਘਟਨਾ ਹੋਈ ਹੈ, ਉੱਤੇ ਪਰਿਵਾਰ ਸੱਚ ਨਹੀਂ ਸੀ ਮੰਨ ਰਿਹਾ ਉਸ ਨੂੰ, ਤੇ ਸਰਕਾਰ ਨੇ ਇੱਕ ਤਰੀਕੇ ਦੇ ਨਾਲ ਧੋਖੇ ਦੇ ਵਿੱਚ ਰੱਖਿਆ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਹਾਂਜੀ, ਹੈ ਤਾਂ ਇਹ ਸਰਕਾਰ ਦਾ ਧੋਖਾ ਹੀ ਸਾਡੇ ਨਾਲ, ਕਿਉਂਕਿ 4 ਸਾਲ ਸਾਨੂੰ ਇੰਤਜ਼ਾਰ ਕਰਾਇਆ, ਕਿਉਂਕਿ ਜਦ ਕਿ ਹਰਜੀਤ ਮਸੀਹ ਨੇ ਤਾਂ ਪਹਿਲਾਂ ਆਉਂਦੇ ਨੇ ਕਹਿਤਾ ਵੀ ਉਹ ਨਹੀਂ ਹੈਗੇ ਮੁੰਡੇ, ਪਰ ਸਾਨੂੰ 4 ਸਾਲ ਬਾਅਦ ਵੀ ਸਿਰ ਮੀਡੀਆ ਰਾਹੀਂ ਪਤਾ ਲੱਗਾ ਸਾਨੂੰ, ਕੋਈ ਨਾ ਪ੍ਰਸ਼ਾਸਨ ਨੇ ਨਾ ਕਿਸੇ ਵੀ ਨੇ ਸਾਨੂੰ ਇਹ ਨਹੀਂ ਕਿਹਾ ਆ ਕੇ ਫੋਨ ਕਰਕੇ ਵੀ ਇੱਦਾਂ ਹੋ ਗਈ ਆ। ਸਾਨੂੰ ਜੋ ਵੀ ਖਬਰ ਮਿਲੀ ਹੈ ਸਾਰੀ ਮੀਡੀਆ ਥਰੂ ਹੀ ਮਿਲੀ ਆ, ਪਰ ਸਰਕਾਰ ਦਾ ਵੀ ਫਰਜ਼ ਬਣਦਾ ਸੀ ਵੀ ਸਾਨੂੰ ਕਿਸੇ ਤਰੀਕੇ ਨਾਲ ਦੱਸ ਦਿੰਦੀ, ਪਰ ਉਹ ਇਹ ਤਾਂ ਕੋਈ ਤਰੀਕਾ ਵੀ ਨਹੀਂ ਸੀਗਾ ਵੀ ਮੀਡੀਆ ਥਰੂ ਲੋਕਾਂ ਨੂੰ ਪਤਾ ਲੱਗੇ, ਪਰ ਸਾਨੂੰ ਪਤਾ ਹੀ ਲੋਕਾਂ ਮੀਡੀਆ ਥਰੂ ਹੀ ਲੱਗਾ, ਸਰਕਾਰ ਨੇ ਨਹੀਂ ਕੋਈ ਕੰਟੈਕਟ ਕੀਤਾ ਸਾਡੇ ਨਾਲ। ਪਰ ਇਸ ਤਰ੍ਹਾਂ ਅਚਾਨਕ ਮੀਡੀਆ ਦੇ ਵਿੱਚ ਆ ਕੇ ਵੀ ਇਸ ਤਰੀਕੇ ਦੇ ਨਾਲ ਕਹਿਣਾ, ਕਿਉਂਕਿ ਪਰਿਵਾਰ ਨੂੰ ਸਦਮਾ ਵੀ ਲੱਗ ਸਕਦਾ ਇਹਦੇ ਨਾਲ, ਇਹ ਕਿਵੇਂ ਇਹ ਇੱਕ ਚੰਗੀ ਗੱਲ ਤਾਂ ਨਹੀਂ ਹੈਗੀ? ਹਾਂਜੀ ਹਾਂਜੀ, ਹਾਂ ਸਦਮਾ ਤਾਂ ਹੋਇਆ ਜਦੋਂ ਯਕਦਮ ਸਾਨੂੰ ਖਬਰ ਪਤਾ ਲੱਗਾ, ਤਾਂ ਸਾਡੇ ਤਾਂ ਹੋਸ਼ ਉੱਡ ਗਏ ਵੀ ਸਰਕਾਰ ਸਾਨੂੰ ਇੱਦਾਂ ਕਹਿੰਦੀ ਸੀ ਬੰਦੇ ਹੈਗੇ ਆ ਜਾਂ ਅਸੀਂ ਉਹਨੂੰ ਲਿਆਵਾਂਗੇ, ਪਰ ਯਕਦਮ ਸਾਡੇ ਮੂਹਰੇ ਖਬਰ ਜਦੋਂ ਆਈ ਤਾਂ ਸਾਡੇ ਤਾਂ ਹੋਸ਼ ਹੀ ਉੱਡ ਗਏ ਵੀ ਇਹ ਕਿੱਦਾਂ ਹੋ ਗਿਆ ਸਾਡੇ ਨਾਲ, ਕਿਉਂਕਿ ਸਾਨੂੰ 4 ਸਾਲ ਤਾਂ ਲਾਰੇਬਾਜ਼ੀ ਵਿੱਚ ਹੀ ਰੱਖਿਆ ਸਰਕਾਰ ਨੇ ਵੀ ਹੈਗੇ ਆ ਕੰਟੈਕਟ ਹੁੰਦਾ ਆ, ਇੱਦਾਂ ਕਰਕੇ 4 ਸਾਲ ਇੱਦਾਂ ਰਿਹਾ, ਜਦੋਂ ਖਬਰ ਆਈ ਤਾਂ ਇਹ ਬਸ ਇੱਦਾਂ ਦੀ ਖਬਰ ਆਈ ਸਾਡੇ ਲਈ। ਹੁਣ ਇਸ ਟਾਈਮ ਜਿਹੜੀ ਇੱਕ ਫਾਈਨੈਂਸ਼ੀਅਲ ਹਾਲਤ ਆ ਘਰ ਦੀ, ਉਹ ਕਿਸ ਤਰੀਕੇ ਦੀ ਹੈ? ਹਾਲਤ ਤਾਂ ਪਹਿਲਾਂ ਤੋਂ ਗਰੀਬੀ ਹੈ ਸਾਡੇ ਘਰ ਦਾ, ਅਸੀਂ ਭੇਜਿਆ ਵੀ ਉਹਨੂੰ ਬਾਹਰ ਤਾਂ ਹੀ ਹੋ ਸੀਗਾ ਵੀ ਚਲੋ ਕੋਈ ਨਾ ਕੋਈ ਘਰ ਦਾ ਢਾਂਚਾ ਸੈੱਟ ਆ ਜਾਏਗਾ, ਪਰ ਅਸੀਂ ਤਾਂ ਉਸ ਤੋਂ ਵੀ ਥੱਲੇ ਚਲੇ ਗਏ, ਘਰ ਵੀ ਸਾਡਾ ਪਿੱਛੇ ਡਿੱਗਾ ਪਿਆ ਸਾਰਾ, ਪਰ ਅਸੀਂ ਤਾਂ ਆਪਣਾ ਸਾਡਾ ਭਰਾ ਵੀ ਗਵਾ ਲਿਆ ਸੀ, ਤਾਂ ਅਸੀਂ ਗਰੀਬੀ ਨੂੰ ਕਰਦੇ ਉਹਨੇ। ਉਹਨਾਂ ਦੀ ਹੁਣ ਫੈਮਿਲੀ ਦੇ ਵਿੱਚ ਕੌਣ ਇਸ ਟਾਈਮ ਪਿੱਛੇ ਕੌਣ ਹੈ? ਉਹਦੀ ਮਿਸੇਜ ਜਾਂ ਛੋਟੇ ਬੱਚੇ ਆ 2, ਉਹ ਵੀ ਸਾਡੇ ਤੋਂ ਅਲੱਗ ਹੀ ਰਹਿੰਦੇ ਆ, ਤੇ ਉਹਨਾਂ ਨੇ ਅਲੱਗ ਇੱਥੇ ਘਰ ਲਿਆ ਹੋਇਆ ਤਾਂ ਉੱਥੇ ਰਹਿੰਦੇ ਆ, ਤੇ ਜ਼ਿਆਦਾ ਸਾਡੇ ਨਾਲ ਲਿੰਕ ਨਹੀਂ ਰੱਖਦੀ ਉਹ, ਮਤਲਬ ਮਾੜਾ ਮੋਟਾ ਹੀ ਆ ਜਿੱਦਾਂ ਵੀ ਹੈਗਾ ਆ, ਕਿਉਂਕਿ ਪਹਿਲਾਂ ਤੋਂ ਉਹ ਸਾਡੇ ਤੋਂ ਇੱਦਾਂ ਅਲੱਗ ਹੀ ਰਹੀ ਆ। ਅਸੀਂ ਸੋਚਦੇ ਵੀ ਚੱਲ ਸਾਡਾ ਭਰਾ ਆ ਜਾਊਗਾ ਚਲੋ ਆਪਣੇ ਆਪ ਹੀ ਸਾਰਾ ਕੁਝ ਠੀਕ ਹੋ ਜਾਣਾ, ਪਰ ਉਹ ਤਾਂ ਆਇਆ ਹੀ ਨਹੀਂ, ਤਾਂ ਉਹ ਵੀ ਬਸ। ਰੀਜ਼ਨ ਕੀ ਸੀਗਾ ਉਹ ਅਲੱਗ ਰਹਿਣ ਦਾ? ਉਹਨਾਂ ਤੁਹਾਡੇ ਨਾਲੋਂ ਅਲੱਗ ਕਿਉਂ ਰਹਿੰਦੇ ਹੁੰਦੇ ਸੀ? ਸਾਡੀ ਅਸਲ ਵਿੱਚ ਕਬੀਲਦਾਰੀ ਵੱਡੀ ਹੈ ਬਹੁਤ, 7 ਭੈਣਾਂ ਮੇਰੀਆਂ, ਤਾਂ 2 ਹੀ ਭਰਾ ਸੀਗੇ ਅਸੀਂ, ਤਾਂ ਜਿੱਦਾਂ ਲਾ ਲਾ ਵੀ ਸਾਰਿਆਂ ਦੇ ਆਉਣਾ ਜਾਣਾ, ਤੇ ਉਹ ਜ਼ਿਆਦਾ ਚੰਗਾ ਨਹੀਂ ਸਮਝਦੀ, ਮਿਲ ਕੇ ਖੁਸ਼ ਨਹੀਂ ਹੈ ਕਿਸੇ ਨੂੰ, ਉਹ ਖਰਚਾ ਕਰਨਾ ਪੈਂਦਾ। ਹੁਣ ਮੈਨੂੰ ਤਾਂ ਜਾਣਾ ਪੈਣਾ ਹੀ ਹੈ, ਕੋਈ ਜਦੋਂ ਮੈਂ ਹੈਗਾ, ਮੈਂ ਸੋਚਦਾ ਵੀ ਚਲੋ ਜਦ ਤੱਕ ਰੂਪਾ ਬਾਹਰ ਹੈ ਵੀ ਚਲੋ ਮੈਨੂੰ ਤਾਂ ਮੈਂ ਤਾਂ ਕਰਦਾ ਹੀ ਸੀਗਾ ਪਹਿਲਾਂ ਵੀ, ਕਰਨਾ ਹੀ ਪੈਣਾ ਸੀ ਵੀ ਚਲੋ ਰੂਪਾ ਆ ਜਾਏਗਾ, ਚਲੋ ਆਪੇ ਹੀ ਠੀਕ ਠਾਕ ਸਾਰਾ ਕੁਝ ਹੋ ਜਾਣਾ ਕਿ ਨਹੀਂ, ਤੇ ਬਸ। ਤੇ ਤੁਸੀਂ ਮੁੜ ਕੇ ਉਹਨਾਂ ਨੂੰ ਜਦੋਂ ਇਸ ਤਰ੍ਹਾਂ ਦੀ ਘਟਨਾ ਹੋ ਗਈ, ਫਿਰ ਉਹਨਾਂ ਨੂੰ ਪਰਿਵਾਰ ਦੇ ਨਾਲ ਹੁਣ ਰਹਿਣਾ ਚਾਹੀਦਾ ਸੀਗਾ, ਕਦੇ ਮੁੜ ਕੇ ਕੰਟੈਕਟ ਕਰਕੇ ਉਹਨਾਂ ਨੂੰ ਕਿਹਾ ਤੁਸੀਂ ਕਿ ਇੱਧਰ ਆਓ ਤੇ ਆਪਾਂ ਇਕੱਠੇ ਰਹਿੰਦੇ ਹੁਣ? ਹਾਂ ਕਿਹਾ ਸੀ ਕਈ ਵਾਰ, ਇੱਕ ਵਾਰ ਨਹੀਂ। ਹੁਣ ਵੀ ਜਦੋਂ ਰੂਪੇ ਦਾ ਇੱਦਾਂ ਪਤਾ ਲੱਗਾ ਤਾਂ ਜਦੋਂ ਵੀ ਲੋਕੀ ਮਿਲਣ ਇੱਥੇ ਆਉਂਦੇ ਆ ਅਫਸੋਸ ਕਰਨ, ਤਾਂ ਫਿਰ ਅਸੀਂ ਬਹੁਤ ਵਾਰੀ ਸੱਦ ਕੇ ਲਿਆਏ ਉਹਨੂੰ ਉੱਧਰੋਂ, ਇੱਥੇ ਮੁਹੱਲੇ ਵਿੱਚੋਂ ਕਈਆਂ ਨੂੰ ਭੇਜ ਕੇ ਸੱਦਦੇ ਆ, ਉਹਨੂੰ ਲਿਆਉਂਦੇ ਆ, ਪਰ ਫਿਰ ਵੀ ਉਹ ਕੋਸ਼ਿਸ਼ ਜਾਰੀ ਰਹਿੰਦੀ ਹੈ, ਫਿਰ ਚਲੇ ਜਾਂਦੀ ਹੈ। ਤੇ ਜਦੋਂ ਕੋਈ ਚੈੱਕ ਚੁੱਕ ਦੇਣ ਆਉਣਾ ਹੁੰਦਾ, ਕੋਈ ਅਫਸਰ ਆ ਜਾਂਦਾ, ਤਾਂ ਫਿਰ ਇੱਥੇ ਘਰ ਆ ਜਾਂਦੀ ਹੈ, ਉੱਦਾਂ ਨਹੀਂ ਆਉਂਦੀ ਉਹ, ਉੱਦਾਂ ਸਾਰੇ ਸਾਡੇ ਕੋਲ ਹੀ ਇੱਥੇ ਆਉਂਦੇ ਘਰ ਦੇ ਵਿੱਚ ਹੀ। ਠੀਕ ਹੈ, ਪਰ ਉਹਨਾਂ ਦੀ ਜਿਹੜੀ ਫੈਮਿਲੀ ਦੇ ਵਿੱਚ ਬੱਚੇ ਵਗੈਰਾ ਨੇ, ਉਹ ਤੁਹਾਡੇ ਨਾਲ ਉਹਨਾਂ ਦਾ ਮੋਹ ਪਿਆਰ ਕੋਈ ਉਹ ਹੁਣ ਨਹੀਂ ਰੱਖਦੇ ਹੈਗੇ? ਉਹ ਬੱਚੇ ਵੀ ਨਹੀਂ ਆਉਣ ਦਿੰਦੇ ਇੱਧਰ ਸਾਡੇ ਵਿੱਚ, ਤਾਂ ਬੱਚੇ ਵੀ ਨਹੀਂ ਆਉਣ ਦਿੰਦੇ। ਅਸੀਂ ਤਾਂ ਕਹਿੰਦੇ ਚਾਹੇ ਰੂਪੇ ਦੇ ਬੱਚੇ ਆ, ਸਾਡੇ ਨਾਲ ਰੂਪੇ ਹੀ ਆ ਦੋਨੇ ਉਹ, ਪਰ ਉਹ ਸਾਡੇ ਨਾਲ ਮਿਲਣ ਹੀ ਨਹੀਂ ਦਿੰਦੀ ਉਹਨਾਂ ਨੂੰ, ਬੱਚਿਆਂ ਨੂੰ। ਜਦੋਂ ਰੂਪੇ ਹੁਣੀ ਇੱਥੇ ਸੀਗੇ ਉਸ ਟਾਈਮ ਤੇ ਵੀ ਇਸ ਤਰ੍ਹਾਂ ਦਾ ਹੁੰਦਾ ਸੀ ਘਰ ਦੇ ਵਿੱਚ, ਜਾਂ ਫਿਰ ਉਸ ਟਾਈਮ ਸਹੀ ਸੀਗਾ? ਨਹੀਂ, ਸਾਡਾ ਭਰਾ ਤਾਂ ਠੀਕ ਸੀਗਾ ਸਾਡੇ ਨਾਲ, ਸਾਰੇ ਭੈਣਾਂ ਭਰਾਵਾਂ ਨੂੰ ਤਾਂ ਮਿਲਦਾ ਸੀ, ਪਰ ਜਦੋਂ ਤੋਂ ਉਹ ਚਲੇ ਗਿਆ ਬਾਹਰ, ਬਸ ਇਹਦੀ ਸੋਚ ਬਦਲ ਗਈ ਸਾਰੀ, ਕਿਉਂਕਿ ਇਹਨੂੰ ਪੈਸੇ ਆਉਣ ਲੱਗ ਪਏ, ਫਿਰ ਸਾਡੀ ਜ਼ਰੂਰਤ ਵੀ ਨਹੀਂ ਸੀ ਇਹਨੂੰ ਜ਼ਿਆਦਾ, ਕਿਉਂਕਿ ਕੁੜੀਆਂ ਨੇ ਸਾਰੇ ਪੈਸੇ ਲਾ ਕੇ ਉਹਨੂੰ ਬਾਹਰ ਭੇਜਿਆ ਸੀਗਾ, ਤੇ ਫਿਰ ਸਾਡੀ ਜ਼ਰੂਰਤ ਹੀ ਨਹੀਂ ਮਹਿਸੂਸ, ਕਿ ਪੈਸਾ ਆਉਣ ਲੱਗ ਪਿਆ, ਉਹਨੇ ਆਪਣੇ ਆਪ ਨੂੰ ਅਲੱਗ ਹੀ ਕਰ ਲਿਆ ਸਾਡੇ ਤੋਂ। ਜਿਹੜੇ ਰੂਪ ਲਾਲ ਰਹਿੰਦੇ ਨੇ ਇੱਥੇ,
ਉਹਨਾਂ ਦੀ ਫੈਮਿਲੀ 'ਚ ਕੌਣ ਕੌਣ ਹੈ? ਉਹਨਾਂ ਦੀ ਫੈਮਿਲੀ ਦੇ ਵਿੱਚ ਹੈਗੀਆਂ 6 ਭੈਣਾਂ ਆ, ਤੇ ਇੱਕ ਉਹਦਾ ਭਰਾ ਆ, ਇੱਕ ਭਰਜਾਈ ਆ, ਤੇ 2 ਉਹਦੇ ਕਾਕੇ ਆ, ਤੇ ਇੱਕ ਉਹਦੇ ਘਰੋਂ ਆ। ਹਾਂ, ਤੇ ਉਹ ਪਰਿਵਾਰ ਦੇ ਨਾਲ ਉੱਥੇ ਕਿਉਂ ਨਹੀਂ ਰਹਿੰਦੇ ਆਪਦੇ ਪੁਰਾਣੇ ਮਕਾਨ ਦੇ ਵਿੱਚ? ਉਹ ਅੱਡ ਕਿਉਂ ਰਹਿੰਦੇ? ਨੇ ਆਡੇ ਦਾ ਉਹ ਮਕਾਨ ਢਹਿ ਗਏ ਉਹਨਾਂ ਦੇ, ਉਹ ਬਿਲਕੁਲ ਗਰੀਬੀ ਦੇ ਥੱਲੇ ਸੀਗੇ, ਉਹ ਢਹਿ ਗਏ ਸੀਗੇ। ਤੇ ਫਿਰ ਹੁਣ ਮਾੜਾ ਮੋਟਾ ਅਗਲਿਆਂ ਨੇ ਆਪਣਾ ਕੀਤਾ ਤੇ ਰਲ ਮਿਲ ਕੇ ਜਾਣੀ ਰਹੇ ਹੈਗੇ ਸੀਗੇ, ਤੇ ਇੱਕੋ ਹੀ ਥਾਂ ਸੀਗੇ। ਹਾਂ ਹਾਂ, ਇੱਥੇ ਅਗਰ ਉਹ ਆਣ ਕੇ ਰਹਿੰਦੇ ਨੇ ਤੇ ਉਹਨਾਂ ਨੇ ਘਰ ਖਰੀਦਿਆ ਹੈਗਾ ਜਾਂ ਫਿਰ? ਉਹ ਜਦੋਂ ਬਾਹਰ ਗਿਆ ਉਦੋਂ ਬਾਅਦ ਇਹ ਫਿਰ ਹੈ ਨਾ ਉਹਨੇ ਲਿਆ ਸੀਗਾ, ਤੇ ਉਧਰੋਂ ਜਾਣੀ ਅਸਲੀ ਘਰ ਇਹਨਾਂ ਦਾ ਉਹ ਹੀ ਆ। ਤੇ ਉਹਨਾਂ ਦੀ ਫੈਮਿਲੀ ਦੇ ਵਿੱਚ ਕੌਣ ਕੌਣ? ਇਹਨਾਂ ਦੀ ਫੈਮਿਲੀ ਵਿੱਚ ਇੱਕ ਦਾ ਭਰਾ ਆ 6 ਭੈਣਾਂ ਤੇ 6 ਭੈਣਾਂ ਆ, ਤੇ ਇੱਕ ਉਹਦੀ ਜਠਾਣੀ ਆ, 2 ਕਾਕੇ ਆ। ਹੁਣ ਫੈਮਿਲੀ ਦੇ ਨਾਲ ਕਿਉਂ ਨਹੀਂ ਰਹਿੰਦੇ, ਅੱਡ ਕਿਉਂ ਰਹਿੰਦੇ? ਨਹੀਂ ਇਹ ਜਾਣੀ ਕਿ ਉਹਦੇ ਨਾਲ ਹੋਈ ਕੋਈ ਗੱਲਬਾਤ, ਉਹਨਾਂ ਜਿੱਦਾਂ ਥਾਂ ਸੀਗਾ ਡਿੱਗਣ ਵਾਲੇ ਤਾਂ ਮਕਾਨ ਸੀਗੇ, ਤੇ ਬਿਲਕੁਲ ਜਾਂ ਡਿੱਗਣ ਵਾਲੇ ਸੀਗੇ, ਉਹ ਫਿਰ ਇੱਧਰ ਲੈ ਲਿਆ ਵੀ ਉੱਥੇ ਜਿਹੜੇ ਪੈਸੇ ਲਾਉਣੇ ਆ ਵੀ ਚੱਲ ਇੱਧਰ ਰਹਿਣਾ ਉਹੀ ਹੁੰਦਾ ਸੀ। ਤੇ ਉਹ ਪਰਿਵਾਰ ਕਿੰਨਾ ਕੁ ਮਤਲਬ ਕਿ ਜ਼ਰੂਰਤਮੰਦ ਹੈ ਹੈਲਪ ਅਗਰ ਜਿਹਦੀ ਕੋਈ ਕਰਨਾ ਚਾਹਵੇ? ਹੈਲਪ ਇਹਨਾਂ ਨੂੰ ਬਿਲਕੁਲ ਜ਼ਿਆਦਾ ਤੋਂ ਜ਼ਿਆਦਾ ਚਾਹੀਦੀ ਹੈ ਹੀ ਨਹੀਂ ਇਹਨਾਂ ਦਾ ਕੁਝ ਵੀ ਨਹੀਂ ਗਾ ਹੈਗਾ, ਜਾਣੀ ਰੋਟੀ ਪਾਣੀ ਦਾ ਵੀ ਬੜਾ ਮੁਸ਼ਕਲ ਆ ਸਰਦਾ। ਅਸੀਂ ਤਾਂ ਗੱਲ ਨਿਆਣੇ ਛੋਟੇ ਆ, ਉਹ ਇੱਕ 7ਵੀਂ ਪੜ੍ਹਦਾ, ਖਰੇ 6ਵੀਂ 'ਚ, ਬਸ ਇਹ 2 ਨਿਆਣੇ ਆ। ਕਮਾਉਣ ਦਾ ਸਾਧਨ ਤਾਂ ਕੋਈ ਹੈ ਹੀ ਨਹੀਂ ਕਿਸੇ ਪਾਸੇ ਜਿਹੜਾ ਪੈਸਾ ਆਉਣਾ ਨਾ। ਅਸੀਂ ਇਹ ਨਹੀਂ ਕਿ ਵੀ ਸਾਡੇ ਪਿੰਡ ਆ, ਅਸੀਂ ਜਿਹੜਾ ਬੰਦੇ ਜਿਹੜੀ ਗੱਲ ਹੈਗੀ ਉਹ ਸੱਚੀ ਦੱਸਣੀ ਹੈ, ਕਦੀ ਝੂਠੀ ਨਹੀਂ ਕਿਸੇ ਨਾਲ ਵੀ ਕੀਤੀ। ਖੇਤ ਵਗੈਰਾ ਹੈ ਇਹਨਾਂ ਦੇ ਕੋਲ? ਨਹੀਂ ਫਿਰ ਗਰੀਬ ਬੰਦੇ ਆ ਤਾਂ ਕਿੱਥੋਂ ਉਹਨੂੰ ਵਿਚਾਰੇ ਦਈਆਂ ਟਾਈਮ ਪਾਸ ਕਰਦੇ ਆ, ਗਰੀਬ ਆ, ਹੁਣ ਕੀ ਕਰ ਲੂੰ, ਤੁਹਾਨੂੰ ਪਤਾ ਹੀ ਆ। ਤੇ ਉੱਥੋਂ ਇਹ ਛੱਡ ਕੇ ਆਪਦਾ ਜਿਹੜਾ ਪੁਰਾਣਾ ਪਰਿਵਾਰ ਸੀਗਾ, ਘਰ ਸੀਗਾ, ਉਹ ਛੱਡ ਕੇ ਤੇ ਇੱਥੇ ਕਿਉਂ ਰਹਿੰਦੇ? ਉਹ ਮਕਾਨ ਡਿੱਗੇ, ਜਿੱਦਾਂ ਹੁਣ ਆਪਾਂ ਦੋਨੇ ਭਰਾ ਆ, ਤੇ ਜਿੱਦਾਂ ਤੂੰ ਕਹਾਂ ਮੈਂ ਲੈਣਾ ਆ, ਵੀ ਲੜਾਈ ਹੁੰਦੀ ਘਰ, ਤੈਨੂੰ ਪਤਾ ਹੀ ਆ ਵੀ। ਚਲੋ ਹੁਣ ਤੈਨੂੰ ਪਤਾ ਅੱਛਾ ਡਿੱਗ ਪਿਆ ਸੀ, ਮੈਂ ਤਾਂ ਬਾਹਰ ਸੀ, ਮੈਨੂੰ ਪਤਾ ਨਹੀਂ। ਇਹ ਬਾਹਰ ਰਹਿੰਦੇ, ਉਹ ਡਿੱਗ ਪਿਆ ਸੀਗਾ, 2 ਹੀ ਖਾਨ ਰਹਿੰਦੇ ਸੀਗੇ, ਉਹਦੇ ਵਿੱਚ ਹੀ ਉਹ ਗੁਜ਼ਾਰਾ ਕਰੀ ਗਏ ਵਿਚਾਰੇ। ਤੇ ਉਦੋਂ ਬਾਅਦ ਇਹ ਫਿਰ ਕਿਰਾਏ ਤੇ ਵੀ ਰਹਿੰਦੀ ਰਹੀ ਹੈ। ਇਹ ਪਤਾ ਨਹੀਂ ਪੈਸੇ ਦਿੱਤੇ ਕਿ ਨਹੀਂ ਦਿੱਤੇ, ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ। ਕੁਛ ਦਿਮਾਗੀ ਟੈਨਸ਼ਨ ਵੀ ਹੈਗੀ ਹੈ, ਟੈਨਸ਼ਨ ਹੈਗੀ ਹੈ, ਬਿਲਕੁਲ ਟੈਨਸ਼ਨ। ਹੁਣ ਘਰ ਵਾਲਾ ਹੀ ਨਹੀਂ, ਟੈਨਸ਼ਨ ਤਾਂ ਪੈਣੀ ਹੀ ਹੈ। ਹੁਣ 4 ਸਾਲ ਹੋ ਗਏ ਉਹਨੂੰ ਵੀ ਦੇਖਦੀ ਵੀ ਆ ਜਾਣਾ ਨਹੀਂ ਆਇਆ। ਉਹਨੂੰ ਇੰਨਾ ਨਹੀਂ ਪਤਾ ਗਾ ਵੀ ਉਹ ਮਰ ਗਿਆ ਆ, ਜਾਣੀ ਉਹਨੂੰ ਇੰਨਾ ਹਲੇ ਪਤਾ ਨਹੀਂ ਜਾਣੀ ਹੈ। ਆ ਜਿਹੜਾ ਜਨਾਨੀਆਂ ਉੱਤੇ ਚਿੱਟਾ ਕੱਪੜਾ ਲੈਣੀਆਂ ਆ, ਕਈ ਗੱਲਾਂ ਬਹਿੰਦੀਆਂ ਉੱਠਦੀਆਂ, ਉਹਨੂੰ ਇੱਦਾਂ ਇਸ ਬਾਰੇ ਹੈ ਹੀ ਨਹੀਂ ਹਲੇ। ਕਿ ਸਾਡੇ ਤਾਂ ਇੱਥੇ ਕੋਲ ਰਹਿੰਦੀ ਨੂੰ ਹੋ ਗਏ 5-6 ਮਹੀਨੇ। ਹਾਂ ਇਹ ਧੰਦਾ। ਤੇ ਇਹਨਾਂ ਦਾ ਜਿਹੜਾ ਪੇਕਾ ਪਰਿਵਾਰ ਹੈ ਉਹ ਹੁਣ ਇਹਨਾਂ ਦੀ ਹੈਲਪ ਕਰਦਾ ਕੁਛ ਜਾਂ ਫਿਰ ਕਿਸ? ਨਾ 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 ਕੋਈ ਨਹੀਂ ਕਰਦੇ, ਪੇਕੇ ਪੁਕੇ ਸਭ ਮਸੀਂ ਆਪੋ ਆਪਣਾ ਹੀ ਅੱਜ ਕੱਲ੍ਹ ਦੇ ਸਮੇਂ 'ਚ। ਹਾਂ ਬਾਈ ਮਾੜਾ ਮੋਟਾ ਕਰਦੇ ਆ ਜਿੰਨੇ ਜੋਗੇ ਵੀ ਉਹਨਾਂ ਨੂੰ ਹੁੰਦਾ ਹੀ, ਸਾਡੀ ਕੁੜੀ ਦਾ ਹੁਣ ਹੈ ਨਹੀਂ ਮਗਰ ਕੋਈ ਵੀ, ਉਹਦਾ ਕਰਕੇ ਮਾੜਾ ਮੋਟਾ ਵੀ ਆਉਂਦੇ ਆ, ਕਦੇ ਦੇਖ ਕੇ ਚੱਲ ਜਾਂਦੇ ਆ, ਬਸ ਇੰਨਾ। ਪਰ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਲੁਕਾ ਰੱਖਿਆ 39 ਜਿਹੜੇ ਭਾਰਤੀ ਮਾਰੇ ਗਏ ਉੱਥੇ, ਉਹਦੇ 40 ਦੇ ਵਿੱਚੋਂ ਇੱਕ ਹਰਜੀਤ ਮਸੀਹ ਬਾਹਰ ਵੀ ਆਇਆ ਸੀਗਾ, ਉਹਨੇ ਕਿਹਾ ਵੀ ਸੀਗਾ ਕਿ ਉਹਨਾਂ ਦੇ ਨਾਲ ਇਸ ਤਰੀਕੇ ਨਾਲ ਹਾਦਸਾ ਵਾਪਰ ਗਿਆ। ਉਸ ਤੋਂ ਬਾਅਦ ਵੀ ਸਰਕਾਰ ਦੀ ਸੁਣੀ ਗਏ ਸਾਰੇ, ਉਹਦੀ ਕਿਸੇ ਨੇ ਨਹੀਂ ਸੁਣੀ। ਇਹਦੇ ਬਾਰੇ ਤੁਸੀਂ? ਸਰਕਾਰ ਦੀਆਂ ਨਕਾਮੀਆਂ ਆ ਤਾਂ ਠੀਕ ਆ, ਉਸ ਟਾਈਮ ਇਹਨਾਂ ਨੂੰ ਦੱਸਣਾ ਚਾਹੀਦਾ ਸੀ ਜਿਸ ਟਾਈਮ ਇਹ ਗੱਲਬਾਤ ਹੋਈ ਹੈ। ਇਹਨੂੰ 4 ਸਾਲ ਕਿਉਂ ਰੱਖਿਆ, ਲੁਕੋ ਕੇ ਰੱਖਿਆ ਇਹਨਾਂ ਨੇ? ਉਦੋਂ ਇਲੈਕਸ਼ਨ ਦਾ ਦੌਰ ਸੀਗਾ, ਜੇ ਰੌਲਾ ਗੋਲਾ ਪੈਂਦਾ ਤਾਂ ਸਰਕਾਰ ਨੂੰ ਪਤਾ ਸੀਗਾ ਵੀ ਸਾਡੇ ਉੱਤੇ ਇਹ ਬੋਝ ਪੈਣਾ ਹੈ, ਉਹਨੇ ਆਪਣਾ ਸੂਤ ਰੱਖਿਆ। ਤੇ ਤੈਨੂੰ ਪਤਾ ਇਹ ਬੰਦੇ ਤਾਂ ਆਉਂਦੇ ਜਾਂਦੇ ਰਹਿੰਦੇ, ਉਹਨਾਂ ਦੇ ਜਿੱਦਾਂ ਘਲਾਉਣਾ ਹੀ ਆ। ਇੱਕ ਤਰੀਕੇ ਨਾਲ ਧੋਖੇ 'ਚ ਰੱਖਿਆ ਸਰਕਾਰ। ਹਾਂ ਧੋਖੇ 'ਚ ਬਿਲਕੁਲ ਧੋਖੇ 'ਚ ਹੀ ਰੱਖਿਆ ਜੀ ਇਹਨਾਂ ਨੇ। ਆਂਟੀ ਰੂਪ ਲਾਲ ਦੀ ਫੈਮਿਲੀ ਦੇ ਵਿੱਚ ਹੁਣ ਕੌਣ ਕੌਣ ਹੈ? ਕੋਈ ਵੀ ਨਹੀਂ, ਉਹ ਆਪੇ ਹੀ ਇਕੱਲੇ ਹੀ ਰਹਿੰਦੇ ਆ, 2 ਹੀ ਮਾਂ ਪੁੱਤ, 2 ਹੀ ਮੁੰਡੇ, ਇਕੱਲੀ ਉਹ ਇਕੱਲੀ ਰਹਿੰਦੇ ਇੱਥੇ। ਪਰਿਵਾਰ ਦੇ ਨਾਲ ਉਹ ਕਿਉਂ ਨਹੀਂ ਰਹਿੰਦੀ? ਪਰਿਵਾਰ ਫੇ ਕੁੜੀਆਂ ਸਹੁਰੀ ਆ, ਤਾਂ ਜਿਹੜਾ ਉਹ ਜੇਠ ਵਾ ਤਾਂ ਉਹ ਕੋਲ ਰਹਿੰਦਾ ਆ, ਉਹ ਉਸ ਘਰ ਰਹਿੰਦਾ ਆ। ਹਾਂ ਕੁਝ ਦਿਮਾਗੀ ਪਰੇਸ਼ਾਨੀ ਵੀ ਹੈਗੀ? ਨਹੀਂ ਕੋਈ ਨਹੀਂ ਉਹਨਾਂ ਨੂੰ ਹੈਗੀ, ਆਹੀ ਆ ਮੁੰਡੇ ਦੀ ਜਿਹੜਾ ਡੈਥ ਹੋ ਗਈ ਜਿਹਦੀ, ਉਹਦਾ ਹੀ ਆ। ਆਹੋ ਸਭ ਉਹ ਹੀ ਸਾਰੇ ਤਾਂ ਕੋਲ ਰਹਿੰਦੇ ਆ, ਕੋਈ ਦਿਮਾਗੀ ਨਹੀਂ ਹੈਗੀ। ਭੈਣਾਂ ਨਨਾਨਾ ਵੀ ਕੋਲ ਰਹਿੰਦੀਆਂ। ਹਾਂ ਰੋਂਦੀਆਂ ਕਲਾਉਂਦੀਆਂ ਬਥੇਰਾ ਕਰਦੀਆਂ। ਪਰਿਵਾਰ ਕਿੰਨਾ ਕੁ ਜ਼ਰੂਰਤਮੰਦ ਹੈ, ਕਿੰਨਾ ਗਰੀਬ ਹੈ? ਗਰੀਬ ਬਹੁਤ ਜ਼ਿਆਦਾ ਹੀ ਆ, ਗਰੀਬ। ਹਾਂ ਗਰੀਬ ਜ਼ਿਆਦਾ ਦਾ। ਪਹਿਲੀ ਬੰਨਾ ਹੈਗਾ ਕੋਈ, ਖੇਤ ਵਗੈਰਾ ਹੈ? ਨਹੀਂ ਕੋਈ ਨਹੀਂ ਹੈ,
ਇੱਕ ਸਿਰਫ ਉਹ ਘਰੇ ਘਰ ਵਾ। ਹਾਂ, ਇੱਥੇ ਉਹ ਕਿਰਾਏ ਤੇ ਰਹਿੰਦੀ ਆ। ਉਹ ਵੀ ਘਰ ਢਿੱਠਾ ਆ ਕਰਕੇ ਆ। ਹਾਂ, ਬਸ ਇਦਾਂ ਹੀ ਆ, ਹੋਰ ਕੋਈ ਨਹੀਂ ਹੈ। ਭਾਈ ਰੂਪ ਲਾਲ ਜਿਨ੍ਹਾਂ ਦੀ ਡੈਥ ਹੋਈ ਤੁਹਾਡੇ ਪਿੰਡ ਦੇ ਵਿੱਚ ਇਰਾਕ ਦੇ ਵਿੱਚ, ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ, ਉਹਨਾਂ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਹੁਣ ਇਸ ਟਾਈਮ? ਉਹਨਾਂ ਦਾ ਇੱਕ ਵੱਡਾ ਭਰਾ ਆ, ਉਹਨਾਂ ਦੇ ਘਰੋਂ ਆ 2 ਬੱਚੇ ਆ ਉਹਨਾਂ ਦੇ। ਹਾਂਜੀ, ਉਹਨਾਂ ਦੀ ਆਪ ਦੀ ਫੈਮਿਲੀ ਸੀਗੀ, ਬਸ ਉਹ ਆਪ ਵੱਖਰੇ ਰਹਿੰਦੇ ਆ। ਹਾਂਜੀ, ਪਰ ਵੱਖਰੇ ਕਿਉਂ ਰਹਿੰਦੇ ਨੇ, ਪਰਿਵਾਰ ਦੇ ਨਾਲ ਕਿਉਂ ਨਹੀਂ ਰਹਿੰਦੇ? ਉਹ ਤਾਂ ਹੁਣ ਘਰ 'ਚ ਹੀ ਕੋਈ ਉਹਨਾਂ ਦੀ ਹੋਊਗੀ ਕੋਈ, ਹਾਂਜੀ, ਗੱਲਬਾਤ। ਤੇ ਉਹ ਤਾਂ ਵਿਚਾਰੇ ਬਹੁਤ ਚੰਗੇ ਸੀਗੇ। ਰੂਪ ਲਾਲ ਸਾਡਾ ਦੋਸਤ ਸੀਗਾ, ਸਾਡਾ ਹੀ ਕਲਾਸ ਫੈਲੋ ਸੀਗਾ, ਸਾਡੇ ਨਾਲ ਹੀ ਪੜ੍ਹਦਾ ਸੀਗਾ। ਹਾਂਜੀ, ਬਹਿਣੀ ਉੱਠਣੀ ਬਹੁਤ ਸੀਗੀ, ਬਾਕੀ ਕਿਸਮਤ ਵਿਚਾਰੇ ਦੀ ਇੰਨੀ ਕੀ ਸੀਗੀ। ਉਹਨਾਂ ਦੀ ਜਿਹੜੀ ਵਾਈਫ ਹੈ ਰੂਪ ਲਾਲ ਦੀ, ਉਹ ਕੁਝ ਮੈਂਟਲੀ ਇਸ਼ੂ ਹੈਗਾ? ਨਹੀਂ ਸਰ, ਇਸ ਬਾਰੇ ਤਾਂ ਕੋਈ ਨਹੀਂ ਜਾਣਕਾਰੀ ਹੈਗੀ ਆਪਾਂ ਨੂੰ। ਹਾਂਜੀ, ਪਰਿਵਾਰ ਕਿੰਨਾ ਕੁ ਜ਼ਿਆਦਾ ਜ਼ਰੂਰਤਮੰਦ ਹੈ, ਕਿੰਨਾ ਕੁ ਜ਼ਿਆਦਾ ਨੀਡੀ ਹੈ? ਉਹ ਤਾਂ ਵਿਚਾਰੇ ਗਰੀਬ ਹੀ ਆ ਆਮ ਤੌਰ 'ਤੇ, ਤਾਂ ਧਿਆਨ ਨੂੰ ਪਤਾ ਹੀ ਆ ਸਰਕਾਰ ਨੂੰ ਤਾਂ। ਹਾਂਜੀ, 2 ਹੀ ਬੱਚੇ ਆ ਉਸਦੇ, ਆਪ ਵੀ ਹੁਣ ਉਹ ਇਕੱਲਾ ਹੀ ਆ, ਕੋਈ ਪਰਿਵਾਰ ਤਾਂ ਉਹਨਾਂ ਦਾ ਹੋਰ ਤਾਂ ਕੋਈ ਹੈ ਹੀ ਨਹੀਂ ਗੇ। ਖੇਤ ਵਗੈਰਾ ਹੈ ਉਹਨਾਂ ਦਾ? ਨਹੀਂ ਕੁਛ ਨਹੀਂ, ਗਰੀਬ ਹੀ ਆ ਵਿਚਾਰੇ। ਦੋਸਤੋ, ਇਹ ਸੀ ਸਾਡੀ ਇੱਕ ਛੋਟੀ ਜਿਹੀ ਪੇਸ਼ਕਸ਼। ਅਸੀਂ ਆਏ ਸੀਗੇ ਪਿੰਡ ਬਾਠ ਕਲਾਂ ਦੇ ਵਿੱਚ। ਬਾਠ ਕਲਾਂ ਪਿੰਡ ਦੇ ਵਿੱਚ ਇੱਕ ਨੌਜਵਾਨ ਜਿਹੜਾ ਕਿ 39 ਭਾਰਤੀ ਮਾਰੇ ਗਏ ਨੇ, ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਸੀਗਾ ਜਿਹੜਾ ਕਿ ਕੰਮ ਦੀ ਤਲਾਸ਼ ਦੇ ਵਿੱਚ ਬਾਠ ਕਲਾਂ ਤੋਂ ਗਿਆ ਸੀਗਾ ਇਰਾਕ ਦੇ ਵਿੱਚ ISIS ਵੱਲੋਂ ਜਿਹੜੇ ਮਰਡਰ ਕੀਤੇ ਗਏ 39 ਭਾਰਤੀ ਸੀ, ਉਹਨਾਂ ਦੇ ਵਿੱਚੋਂ ਇਹ ਵੀ ਇੱਕ ਸੀਗਾ। ਅਸੀਂ ਇਹਨਾਂ ਦੇ ਉੱਤੇ ਤੁਹਾਨੂੰ ਇੱਕ ਸਪੈਸ਼ਲ ਡਾਕੂਮੈਂਟਰੀ ਦਿਖਾਈ। ਇਸ ਦੇ ਵਿੱਚ ਅਗਰ ਜੇ ਕੋਈ ਵੀ ਸਾਡਾ NRI ਵੀਰ ਹੈਲਪ ਕਰਨਾ ਚਾਹਵੇ ਇਸ ਪਰਿਵਾਰ ਦੀ, ਤੇ ਨੀਚੇ ਲਿਖੇ ਹੋਏ ਨੰਬਰ ਦੇ ਉੱਤੇ ਕੰਟੈਕਟ ਕਰਕੇ ਤੇ ਇਸ ਪਰਿਵਾਰ ਦੀ ਹੈਲਪ ਕਰ ਸਕਦਾ ਹੈ। ਹੁਣ ਮੈਂ ਗੁਰਵਿੰਦਰ ਸੰਧੂ, ਕੈਮਰਾਮੈਨ ਗੁਰਪ੍ਰੀਤ ਦੇ ਨਾਲ ਲੈਣਾ ਹੀ ਇਜਾਜ਼ਤ। ਮਿਲਦੇ ਹਾਂ ਅਗਲੇ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ।